ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਸਿਆਸਤ ਸਕੈਂਡਲ ਤੇ ਸਕੈਂਡਲ ਨਿਕਲ ਆਉਂਦੇ ਨੇ। ਪਹਿਲਾਂ ਵੀ ਮਨੀਸ਼ ਸਿਸੋਦੀਆ ਦੀ ਇੱਕ ਵੀਡੀਓ ਇਹਨਾਂ ਨੇ ਕਹਿ ਦਿੱਤਾ ਕਿ ਜੀ ਆਹ ਦੇਖੋ ਦਿੱਲੀ ਦੇ ਵਿੱਚ ਜਿਹੜੀ ਸ਼ਰਾਬ ਪਾਲਿਸੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਘਪਲੇ ਹੋਏ। ਹੁਣ ਇੱਕ ਹੋਰ ਵੀਡੀਓ ਜਾਰੀ ਕਰਤੀ। ਸਿਸੋਦੀਆ ਸਾਹਿਬ ਲਗਾਤਾਰ ਇਹਨਾਂ ਨੂੰ ਲਲਕਾਰ ਰਹੇ ਨੇ ਕਿ ਆਓ ਕਰ ਲਓ ਗ੍ਰਿਫਤਾਰ, ਕਰਦੇ ਕਿਉਂ ਨਹੀਂ। ਦੂਜੇ ਬੰਨੇ ਮੈਂ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ, ਆਮ ਆਦਮੀ ਪਾਰਟੀ ਜਿੱਥੇ ਦਿੱਲੀ 'ਚ ਘਿਰੀ ਆ ਉੱਥੇ ਪੰਜਾਬ 'ਚ ਵੀ ਘਿਰੀ ਆ। ਫੌਜਾ ਸਿੰਘ ਸਰਾਰੀ ਮੰਤਰੀ ਸਾਹਿਬ ਦੇ ਮਸਲੇ ਦੇ ਵਿੱਚ ਗੁਪਤ ਕਮਰਾ ਮੀਟਿੰਗਾਂ ਹੋ ਰਹੀਆਂ, ਸਮਝੌਤਾ ਕਰਾਉਣ ਦੀ ਸ਼ਾਇਦ ਕੋਸ਼ਿਸ਼ ਹੋ ਰਹੀ ਆ। ਕਿਹਾ ਇਹ ਵੀ ਜਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਆਉਣ ਤੇ ਸਾਰਾ ਕੁਝ ਕਰਾਂਗੇ। ਜੇ ਕੋਈ ਮਾਤੜ ਹੁੰਦਾ ਤੇ ਹੁਣ ਨੂੰ ਜੇਲ੍ਹ 'ਚ ਡੱਕਿਆ ਹੁੰਦਾ। ਸਵਾਲ ਮਤਲਬ ਉਸੇ ਗੱਲ ਤੇ ਆ ਕੇ ਮੁੱਕਦਾ ਕਿ ਕੀ ਫੌਜਾ ਸਿੰਘ ਸਰਾਰੀ ਨੂੰ ਜਾਂ ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਕਰਨ ਨਾਲ ਜਾਂ ਉਹਨਾਂ ਨੂੰ ਖੁੱਡੇ ਲਾਈਨ ਲਾਉਣ ਦੇ ਨਾਲ ਜਿਹੜਾ ਭ੍ਰਿਸ਼ਟਾਚਾਰ ਆ ਉਹ ਰੁਕ ਜਾਏਗਾ। ਉਸ ਉੱਤੇ ਵੀ ਨੱਥ ਪੈਣੀ ਚਾਹੀਦੀ ਹੈ। ਸੁਖਵਿੰਦਰ, ਇਹ ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ ਜਿਹੜੀ ਭ੍ਰਿਸ਼ਟਾਚਾਰ ਮੁਕਤ ਨਿਜ਼ਾਮ ਦੇਣ ਲਈ, ਇੱਕ ਸਿਸਟਮ ਦੇਣ ਲਈ ਸ਼ੁਰੂਆਤ ਹੋਈ ਸੀ, ਜਿਹਦੀ ਬੁਨਿਆਦ ਉੱਥੇ ਹੈ, ਉਹਦੇ 'ਚ ਮੋਰੀਆਂ ਹੁੰਦੀਆਂ ਨਜ਼ਰ ਆ ਰਹੀਆਂ। ਇਸ ਲਈ ਜੇ ਉਹ ਨਾ ਕਹਿਣ ਸਿਸੋਦੀਆ, ਕੇਜਰੀਵਾਲ ਜਾਂ ਹੋਰ ਕਿ ਆਓ ਸਾਨੂੰ ਫੜੋ, ਜੇ ਲਲਕਾਰਨ ਨਾ, ਤੇ ਵਿਰੋਧੀ ਪਾਰਟੀਆਂ ਤੇ ਉਹਨਾਂ ਤੇ ਹਾਵੀ ਹੋ ਜਾਣਗੀਆਂ। ਉਹ ਫਿਰ ਇੰਜ ਲੱਗਣ ਲੱਗ ਜੂ ਕਿ ਵਾਕਿਆ ਕਿਤੇ ਦਾਲ 'ਚ ਕਾਲਾ ਹੈਗਾ ਜਾਂ ਕਾਲੀ ਦਾਲ ਹੈਗੀ। ਇਸ ਲਈ ਉਹਨਾਂ ਦਾ ਇਹ ਕਹਿਣਾ, ਲਲਕਾਰਾ ਮਾਰਨਾ, ਇੱਕ ਰਾਜਨੀਤਿਕ ਤੌਰ ਤੇ ਭਿਉਂਤੜਾ, ਉਹ ਬੜਾ ਜ਼ਰੂਰੀ ਹੈ। ਦੂਜੇ ਪਾਸੇ ਰਹੀ ਵੀਡੀਓ ਭਾਵੇਂ ਉਹ ਸੱਚੀ ਵੀ ਹੋਵੇ। ਮੈਂ ਹੁਣੇ ਕਈ ਇੱਧਰ ਉੱਧਰੋਂ ਲੋਕਾਂ ਦੇ ਕਮੈਂਟ ਅਲੱਗ-ਅਲੱਗ ਚੈਨਲਾਂ ਤੇ ਸੁਣ ਰਿਹਾ ਸੀ। ਜੇ ਉਹ ਬਿਲਕੁਲ ਸਹੀ ਵੀ ਹੈ ਤਾਂ ਵੀ ਉਹ ਆਪਣੇ ਆਪ 'ਚ ਪੂਰੀ ਸੱਚਾਈ ਨਹੀਂ। ਕੋਈ ਦੋ ਬੰਦੇ ਬੈਠ ਕੇ, ਜਿਹੜਾ ਕੇਜਰੀਵਾਲ ਵੀ ਕਹਿ ਰਿਹਾ ਸੀਗਾ ਕਿ ਤੁਸੀਂ ਸੜਕ ਤੇ ਖੜੇ ਕੇ, ਸਿਸੋਦੀਆ ਨੇ ਵੀ ਕਿਹਾ ਸੀ ਵੀ ਇੰਜ ਖੜੇ ਕਰਕੇ ਤੁਸੀਂ ਵੀਡੀਓ ਬਣਾ ਦਿਓ ਤੇ ਉਹਦਾ ਕੀ ਮਤਲਬ ਰਹਿੰਦਾ। ਸਵਾਲ ਇਹ ਹੈ ਕਿ ਜੋ ਵੀਡੀਓ ਦੇ ਵਿੱਚ ਕਿਹਾ ਗਿਆ ਤੇ ਬੜਾ ਸੈਂਸੇਸ਼ਨਲ ਹੈਗਾ ਕਿ ਠੇਕੇਦਾਰਾਂ ਤੋਂ, ਸ਼ਰਾਬ ਦੇ ਠੇਕੇਦਾਰਾਂ ਤੋਂ, ਜਿਹੜੀ ਸੈਕੰਡ ਵੀਡੀਓ ਆਈ ਆ ਕਿ 100 ਕਰੋੜ ਰੁਪਈਆ ਲੈ ਲਿਆ, ਉਹ ਪੰਜਾਬ 'ਚ ਖਰਚ ਕਰ ਲਿਆ। ਉਦੋਂ ਬਾਅਦ L1 ਵਾਲਿਆਂ ਨੂੰ ਕਹਿਤਾ ਕਿ ਤੁਸੀਂ ਲਾਜ਼ਮੀ ਇੰਨਾ ਦੂਜਿਆਂ ਤੋਂ ਪੈਸਾ, ਥੱਲੇ ਰਿਟੇਲਰਾਂ ਤੋਂ ਗਰਾਉਣਾ ਆ। ਉਹਨਾਂ ਨੂੰ ਇਜਾਜ਼ਤ ਦਿੱਤੀ, ਉਹਨਾਂ ਨੂੰ ਜਾਣੀ ਇਹਨੇ ਵੇਖ ਇਹ ਕਿਹਾ ਕਿ ਇੰਨਾ ਪੈਸਾ ਤੁਸੀਂ ਲੈਣਾ। ਉਹਦਾ ਮਤਲਬ ਕਿ ਉਹ ਜਿਹੜਾ ਪਹਿਲਾਂ ਐਡਵਾਂਸ ਪੈਸਾ ਲਿਆ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਪੂਰਤੀ ਕਰਨੀ। ਉਹ ਪੈਸਾ ਇਸ ਕਰਕੇ ਨਹੀਂ ਕਿ ਸਰਕਾਰ ਦੇ ਖਜ਼ਾਨੇ 'ਚ ਕਹਿ ਰਹੀ ਹੈ ਉਹ ਵੀਡੀਓ, ਉਹ ਕਹਿ ਰਹੇ ਕਿ ਉਹ ਇਲੈਕਸ਼ਨਾਂ 'ਚ ਖਰਚ ਕੀਤਾ ਪੰਜਾਬ ਦੇ ਵਿੱਚ। ਹੁਣ ਜੇ ਇਹੋ ਜਿਹੇ ਦੋਸ਼, ਬੰਦੇ ਦੀ ਸ਼ਕਲ ਵੀ ਹੈਗੀ ਹੈ, ਬੰਦੇ ਨੇ ਆਪਣਾ ਨਾਮ ਵੀ ਦੱਸਿਆ, ਅਰੋੜਾ, ਕੋਈ ਦਿਨੇਸ਼ ਅਰੋੜਾ ਸ਼ਾਇਦ ਇਸ ਤਰੀਕੇ ਦਾ, ਜਾਂ ਉਹ ਕਹਿੰਦੇ ਕਿ ਮੇਰਾ ਇਹ ਨਾਂ ਨਹੀਂ ਹੈ, ਕੋਈ ਇਹੋ ਜਿਹਾ ਨਾਂ ਦੱਸਿਆ ਵੀਡੀਓ ਦੇ ਵਿੱਚ ਸਾਫ਼ ਹੈਗਾ। ਇਹ ਸਾਰੇ ਕੁਝ ਦੇ ਬਾਵਜੂਦ ਹੋ ਸਕਦਾ ਉਹ ਬੰਦਾ ਕਿਹਦਾ ਹੋਵੇ, ਉਹ ਬੀਜੇਪੀ ਦਾ ਬੰਦਾ, ਕਾਂਗਰਸ ਦਾ ਬੰਦਾ, ਜਿਹੜਾ ਵੀਡੀਓ ਦੇ ਰਿਹਾ, ਜਿਹੜਾ ਰਿਸਪੌਂਸ ਦੇ ਰਿਹਾ ਜਾਂ ਦੋਸ਼ ਲਾ ਰਿਹਾ। ਇਹ ਗੱਲਾਂ ਇਹ ਤੋਂ ਪਹਿਲਾਂ ਕਿ ਅਸੀਂ ਕਿਸੇ ਵੱਡੇ ਇਨਕਸਾਬ ਜਾਣੀ ਇਹਦੇ ਫੈਸਲੇ ਤੇ ਪਹੁੰਚੀਏ, ਇਸ ਨੂੰ ਜ਼ਰੂਰੀ ਹੈ ਕਿ ਸਾਰੀ ਗੱਲ ਦੀ ਤਹਿਕੀਕਾਤ। ਪਹਿਲੀ ਗੱਲ ਕਿ ਵੀਡੀਓ ਠੀਕ ਹੈ, ਜਨਰਲੀ ਮੈਨੂੰ ਨਹੀਂ ਲੱਗਦਾ ਵੀਡੀਓ ਦੇਖ ਕੇ ਕਿ ਉਹ ਗਲਤ ਹੈਗੀ। ਵੀਡੀਓ ਵਾਲੇ ਠੀਕ ਹੈ, ਪਰ ਉਹ ਕੌਣ ਆ, ਕਿਉਂ ਆ, ਕੀ ਡਾਕੂਮੈਂਟਰੀ ਐਵੀਡੈਂਸ ਦੇਣਗੇ, ਕੀ ਉਹ ਜਾਂ ਕੋਰਟ ਦੇ ਵਿੱਚ ਖੜੇ ਹੋ ਕੇ ਐਜ਼ ਏ ਵਿਟਨੈਸ ਖੜੇ ਹੋਣਗੇ। ਜਿਵੇਂ ਉਹ ਕਹਿ ਰਿਹਾ ਕਿ ਰਿਟੇਲਰ ਬਹੁਤੇ ਕਹਿਣਗੇ ਨਹੀਂ, ਕਿਸੇ ਵੀ ਰਿਟੇਲਰ ਨੂੰ ਪੁੱਛ ਲਓ, ਇਹੋ ਹੀ ਹੋ ਰਿਹਾ ਪੰਜਾਬ ਦੇ ਵਿੱਚ। ਪਾਲਿਸੀ ਵੀ ਇਹੋ ਹੀ ਆ। L1 ਨੂੰ ਇੱਥੇ ਮਤਲਬ ਉਹਨਾਂ ਨੇ ਕਿਹਾ ਕਿ ਇੱਥੇ ਮੋਨੋਪੋਲੀ ਜਮਾਤੀ, ਉਹ ਕਿਸੇ ਨੂੰ ਵੀ ਰੱਖ ਦੇਣ, ਕਿਸੇ ਨੂੰ ਵੀ ਕੱਢ ਦੇਣ, ਕਿਸੇ ਨੂੰ ਵੀ ਜੇ ਨਾ ਰਿਟੇਲਰ ਨੂੰ ਦੇਣ ਤੇ ਕੋਈ ਵੀ ਉਹ ਨਹੀਂ ਮੰਗ ਸਕਦੇ ਉਹਨਾਂ ਤੋਂ, ਤੇ ਉਹਨਾਂ ਦਾ ਕਾਰੋਬਾਰ ਠੱਪ ਹੋ ਸਕਦਾ। ਕਾਫੀ ਵੱਡੇ ਦੋਸ਼ ਲਾਏ ਆ। ਇਹ ਗੱਲ ਤਾਂਹੀਏ ਮੈਂ ਕਹਿੰਦਾ ਕਿ ਜਿਹੜੀ ਘੇਰਾਬੰਦੀ, ਭਾਵੇਂ ਉਹ ਵੀਡੀਓ ਰਾਹੀਂ ਹੋਵੇ, ਭਾਵੇਂ ਪਾਰਟੀਆਂ ਦੀ ਉਂਝ ਕਦੀ ਗਵਰਨਰ ਨੂੰ ਮਿਲ ਕੇ, ਕਦੀ ਕੁਛ ਮਿਲ ਕੇ, ਆ ਹੁਣ ਜਿਸ ਤਰੀਕੇ ਨਾਲ ਮਿਲ ਰਹੀ, ਅੱਜ ਵੀ ਬੀਜੇਪੀ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਆ ਰਹੀ ਹੈ ਪੰਜਾਬ ਦੇ ਮੁੱਦਿਆਂ ਦੇ ਉੱਤੇ, ਇਸ ਤਰੀਕੇ ਨਾਲ ਹੋਵੇ। ਘੇਰਾਬੰਦੀ ਹੋਣੀ ਸ਼ੁਰੂ ਹੋਈ ਹੈ। ਸਾਫ਼ ਹੈ ਕਿ ਦੋ ਕਾਰਨ ਤੇ ਮੁੱਖ ਦਿਖਦੇ ਹੀ ਹੈ। ਇੱਕ ਹਿਮਾਚਲ ਤੇ ਗੁਜਰਾਤ ਦੀ ਚੋਣ ਹੈਗੀ, ਜਿਸ ਕਰਕੇ ਗਰਮੀ ਬੜੀ ਫੜੀ ਹੋਈ ਆ ਰਾਜਨੀਤਿਕ ਹਲਕਿਆਂ ਦੇ ਵਿੱਚ। ਦੂਸਰਾ, ਜਿਹੜੀ 2024 ਵੀ ਕੇਂਦਰ ਦੀ ਸਰਕਾਰ, NDA, ਜਾਂ ਖਾਸ ਕਰਕੇ ਇਹ ਜੋੜੀ ਅਮਿਤ ਸ਼ਾਹ ਤੇ
ਮੋਦੀ ਸਾਹਿਬ ਦੀ ਹੈਗੀ, ਉਹ ਇਹ ਸੋਚ ਰਹੇ ਆ ਕਿ ਇਹ ਕੋਈ ਬਹੁਤੀ ਦੂਰ ਚੋਣ ਨਹੀਂ ਹੈ, ਹੁਣ ਤੋਂ ਗਰਾਊਂਡ ਤਿਆਰ ਕੀਤੀ ਜਾਊਗੀ ਤੇ ਉਸ ਚੋਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਸਫਲਤਾ ਨਜ਼ਰ ਆਊਗੀ। ਇਸ ਲਈ ਇਹ ਕੁੱਲ ਮਿਲਾ ਕੇ ਇਹ 'ਚ ਕਿੰਨੀ ਰਾਜਨੀਤੀ ਹੈ ਤੇ ਕਿੰਨੀ ਅਸਲੀਅਤ ਹੈ, ਉਹ ਜ਼ਰੂਰ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ, ਲੋਕਾਂ ਦਾ ਇਹ ਹੱਕ ਵੀ ਬਣਦਾ। ਪਰ ਇੱਕ ਗੱਲ ਜਿਹੜੀ ਸਾਨੂੰ ਲੱਗਦੀ ਹੈਗੀ ਕਿ ਦਾਲ ਦੇ ਵਿੱਚ ਮਾੜਾ ਮੋਟਾ ਕਾਲਾ ਤੇ ਹੈ। ਕਾਰਨ ਇਹ ਹੈ ਕਿ ਜੇ ਉਹ ਪਾਲਿਸੀ ਠੀਕ ਸੀਗੀ, ਇਹੀ ਲੀਕਰ ਆਬਕਾਰੀ ਪਾਲਿਸੀ ਜਿਹੜੀ ਹੈ ਉਹ ਠੀਕ ਸੀਗੀ, ਤੇ ਦਿੱਲੀ ਚ ਵਾਪਸ ਕਿਉਂ ਲਈ ਗਈ? ਕੁਛ ਤੇ ਕਾਰਨ ਹੋਣਗੇ। ਜੇ ਉਹ ਠੀਕ ਸੀ, ਪਹਿਲਾਂ ਨਾਲੋਂ ਬਿਹਤਰ ਸੀ, ਖਜ਼ਾਨੇ 'ਚ ਪੈਸਾ ਵੀ ਜ਼ਿਆਦਾ ਆ ਰਿਹਾ ਸੀ, ਤੇ ਵਾਪਸ ਨਹੀਂ ਸੀ ਲੈਣੀ ਚਾਹੀਦੀ। ਉਸ ਗੱਲ ਨੇ ਕਾਫੀ ਸ਼ੰਕੇ ਖੜੇ ਕੀਤੇ ਤੇ ਪੰਜਾਬ ਦੇ ਬੰਦੇ ਬਣਾ ਕੇ ਆਏ, ਉਹਦੇ ਵਿੱਚ ਉਹ ਸ਼ਾਮਲ ਸੀ ਉਸ ਆਬਕਾਰੀ ਪਾਲਿਸੀ 'ਚ, ਔਰ ਉਸ ਦਾ ਸੁਖਵਿੰਦਰ ਪੰਜਾਬ ਦੇ ਵਿੱਚ ਵੀ ਉਸੇ ਪਾਲਿਸੀ ਨੂੰ ਲਾਗੂ ਕੀਤਾ ਗਿਆ। ਕੁਦਰਤੀ ਹੈ ਜੇ ਉੱਥੇ ਸੇਕ ਲੱਗਾ ਤੇ ਸੇਕ ਉਸੇ ਪਾਲਿਸੀ ਨੂੰ ਉਹੋ ਜਿਹੇ ਬੰਦੇ, ਉੱਥੋਂ ਵਾਲੇ ਬੰਦੇ ਇੱਥੇ ਵੀ ਇੱਕ ਮੋਨੋਪੋਲੀ 70% ਜਿਹੜੇ ਆ L1 ਦੋ ਬੰਦਿਆਂ ਕੋਲ ਗਏ ਹੋਏ ਆ, ਜਿਹੜੇ ਕਿ ਸਿੱਧੇ ਸਿੱਧੇ ਦੋ ਫੈਕਟਰੀਆਂ ਤੋਂ ਵੱਡੀਆਂ ਤੋਂ ਆਪਣਾ ਸਾਰਾ ਮਾਲ ਚੁੱਕ ਕੇ ਤੇ ਗਾਂ ਦੇ ਰਹੇ। ਉਹਨਾਂ ਨਾਲ ਕੀ ਕੋਈ ਗੱਲਬਾਤ ਹੋਈ ਆ, ਕਿੱਦਾਂ ਹੋਈ ਹੈ? ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਹੈਗੀਆਂ। ਇਨਕੁਆਇਰੀ ਕੌਣ ਕਰੇ? ਹੁਣ CBI ਕਰਦੀ ਹੈ ਤੇ ਲੱਗਦਾ ਕਿ ਉਹ ਕੇਂਦਰ ਦਾ ਤੋਤਾ ਆ, ਜੇ ਵਿਜੀਲੈਂਸ ਪੰਜਾਬ ਦੀ ਕਰਦੀ ਹੈ ਤੇ ਲੱਗਦਾ ਹੈ ਤੇ ਪੰਜਾਬ ਦੀ ਵਿਜੀਲੈਂਸ ਹੈ, ਵੀ ਇਹਨਾਂ ਨੇ ਕੀ ਇਨਕੁਆਇਰੀ ਕਰਨੀ ਹੈ। ਇਹ ਜੀ ਹਾਲਤ ਬਣ ਗਈ ਹੈ ਕਿ ਪੁਲਿਸ ਤੇ ਪਹਿਲਾਂ ਕਿਸੇ ਨੂੰ ਭਰੋਸਾ ਸੀਗਾ ਹੀ ਨਹੀਂ, ਉਹ ਤੇ ਉਨਾ ਹੀ ਸਿਆਸੀਕਰਨ ਹੋ ਗਿਆ ਜਿੰਨਾ ਸਿਆਸੀ ਪਾਰਟੀਆਂ ਉੱਤੇ ਯੈਸ ਸਰ ਕਰਕੇ ਪੁੱਛ ਕੇ ਕੋਈ ਵੀ ਇੱਕ ਫੂਕ ਕੇ ਕਦਮ ਰੱਖਦੇ ਆ ਲੀਡਰਾਂ ਨੂੰ ਪੁੱਛ ਕੇ। ਹੁਣ ਹਾਲਤ ਬਾਕੀ ਏਜੰਸੀਆਂ ਦੀ ਵੀ ਇਹੋ ਜਿਹੀ ਹੁੰਦੀ ਲੱਗਦੀ ਹੈ। ਇਸ ਲਈ ਇਹਨਾਂ ਹਾਲਾਤਾਂ 'ਚ ਕੋਈ ਮਾੜਾ ਮੋਟਾ ਜਿਹੜਾ ਬਚਿਆ ਕਿ ਉਹ ਕੋਰਟਾਂ ਵੱਲ ਲੋਕ ਮੂੰਹ ਕਰਦੇ ਆ। ਕੱਲ ਨੂੰ ਕੋਰਟਾਂ ਦਾ ਵੀ ਕੀ ਬਣਦਾ ਉਹ ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ। ਜੀ ਪ੍ਰੋਫੈਸਰ, ਜਿਵੇਂ ਮੈਂ ਗੱਲ ਕੀਤੀ ਸੀ ਕਿ ਫੌਜਾ ਸਿੰਘ ਸਰਾਰੀ, ਜੇ ਉਹਨਾਂ ਨੂੰ ਪਾਸੇ ਵੀ ਕਰ ਦਿੱਤਾ ਜਾਂਦਾ ਹੈ ਤਾਂ ਉਹ ਜਿਹੜਾ ਭ੍ਰਿਸ਼ਟਾਚਾਰ ਚੱਲ ਰਿਹਾ ਉੱਥੇ, ਜਿਹਦੀ ਗੱਲ ਚੱਲ ਰਹੀ ਸੀ ਕਿ ਸੌਦੇਬਾਜ਼ੀ ਕਰ ਲੈਣੀ ਹੈ, ਉਹ ਤਾਂ ਉਵੇਂ ਬਾਅਦ ਦੂਰ ਚੱਲ ਰਿਹਾ ਹੋਣਾ ਤੇ ਗਾਂ ਵੀ ਚੱਲਣਾ, ਕਿਸੇ ਹੋਰ ਦੇ ਹੱਥ ਆ ਜਾਣਾ। ਇਹ ਨਹੀਂ ਮਿਨਿਸਟਰ ਤੇ ਕੋਈ ਹੋਰ ਮਿਨਿਸਟਰ ਬਣ ਜਾਏਗਾ। ਵਰਕਰ ਕਹਿੰਦੇ ਕਿ ਸਾਡੀ ਸੁਣਵਾਈ ਨਹੀਂ ਹੁੰਦੀ, ਪਰ ਕੀ ਵਰਕਰ ਵੀ ਇਹੋ ਜਿਹੇ ਨੇ ਕਿ ਇਸ ਮਸਲੇ ਤੇ ਚੁੱਪ ਕਰਕੇ ਬਹਿ ਜਾਓ? ਤੁਸੀਂ ਕਹਿੰਦੇ ਹੋ ਇੱਕ ਤਰੀਕੇ ਦੀਆਂ ਧਮਕੀਆਂ ਦੇਣਾ ਕਿ ਮੇਰੇ ਕੋਲੇ ਹੋਰ ਵੀ ਆਡੀਓ ਨੇ, ਮੈਂ ਉਹ ਵੀ ਵਾਇਰਲ ਕਰ ਦਾਂਗਾ, ਤੇ ਜੇ ਬੰਦ ਕਮਰਾ ਮੀਟਿੰਗ ਦੇ ਵਿੱਚ ਸਮਝੌਤਾ ਹੋ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ? ਮੈਂ ਸੁਖਵਿੰਦਰ ਪਿਛਲੀ ਵੀਡੀਓ 'ਚ ਬੜੀ ਤਫਤੀਸ਼ ਨਾਲ ਦੱਸੀ ਸੀ ਇਹ ਗੱਲ, ਜਦੋਂ ਸਰਾਰੀ ਦੀ ਗੱਲ ਆਈ ਸੀ ਵੀ ਆਮ ਆਦਮੀ ਪਾਰਟੀ ਦੇ ਵਰਕਰ, ਭਾਵੇਂ ਉਹ ਪ੍ਰਧਾਨ ਤੇ ਭਾਵੇਂ ਸੁਪਰ ਪ੍ਰਧਾਨ ਤੇ ਭਾਵੇਂ ਉਹ ਵੱਡੇ ਕਮਾਂਡਰ ਹੋਣ, ਇਹ ਗੱਲ ਸਮਝ ਲੈਣ ਕਿ ਦਿੱਲੀ 'ਚ ਉਹਨਾਂ ਦੀ ਕੋਈ ਵੁਕਤ ਤੇ ਉਹਨਾਂ ਦੀ ਕੋਈ ਔਕਾਤ ਨੂੰ ਰੈਕੋਗਨਾਈਜ਼ ਨਹੀਂ ਕਰਦਾ। ਉਹ ਤੁਹਾਨੂੰ ਵੋਟਾਂ ਮੋਬਿਲਾਈਜ਼ ਕਰਨ ਲਈ ਖੱਚਰਾਂ ਵਾਂਗੂ ਯੂਜ਼ ਕਰਦੇ। ਇਹ ਜੋਗਿੰਦਰ ਯਾਦਵ ਦਾ ਸ਼ਬਦ ਹੈਗੇ ਜਿਹੜਾ ਵਿੱਚ ਵੀ ਖੱਚਰਾਂ ਵਾਂਗੂ ਇਸਤੇਮਾਲ ਕਰਕੇ ਮਗਰੋਂ ਛੱਡ ਦਿੰਦੇ ਆ, ਜਾਓ ਆਪਣੇ ਜਾ ਕੇ ਇਧਰ ਉਧਰ ਘਾਹ ਚੁਣੋ, ਤੁਹਾਡਾ ਕੋਈ ਮਾਲਕ ਨਹੀਂ। ਫਿਰ ਜਿਹੜੇ ਵੀ ਉਹਦੇ ਚੋਂ ਸਾਰਾ ਮਾਲ ਨਿਕਲ ਕੇ ਆਉਂਦਾ, MLA, ਮਿਨਿਸਟਰੀਆਂ, ਚੇਅਰਮੈਨੀਆਂ, ਉਹ ਦਿੱਲੀ ਦੇ ਵਿੱਚ ਬੈਠ ਕੇ ਕੇਜਰੀਵਾਲ ਆਪਣੀ ਸੁਪਰਵਿਜ਼ਨ 'ਚ ਸਾਰਾ ਕੁਝ ਫੈਸਲਾ ਹੁੰਦਾ, ਫਿਰ ਉਹੀ ਪਾਰਟੀ ਬਣ ਜਾਂਦੀ ਜਿਹੜੇ ਜਿੱਤ ਕੇ ਆਏ। ਹੁਣ ਕਿਉਂਕਿ ਉਹ ਇੱਕ ਮਿਨਿਸਟਰ ਆ, ਸਰਾਰੀ ਦੀ ਜਿਹੜੀ ਗੱਲ ਕਰਦੇ, ਕਿਉਂਕਿ ਦੂਜੇ ਪਾਸੇ ਇੱਕ ਵਰਕਰ ਆ, ਉਹ ਵਰਕਰ ਥੋੜਾ ਘੈਂਟ ਲੱਗਦਾ ਮੈਨੂੰ, ਜਿਹੜਾ ਕਪੂਰ ਹੈ। ਉਹ ਕਹਿੰਦਾ ਵੀ ਅਸੀਂ ਵੀ ਕਿਸੇ ਨੂੰ, ਅਸੀਂ ਇਹਨੂੰ ਲੈ ਕੇ ਆਏ ਮਿਨਿਸਟਰ ਨੂੰ ਪਾਰਟੀ 'ਚ, ਤੇ ਸਾਡੀ ਬਿੱਲੀ ਸਾਨੂੰ ਹੀ ਮਿਆਉ। ਉਸ ਲਈ ਉਹ ਥੋੜੇ ਤੱਤੇ ਵੀ ਹੈਗੇ ਆ ਕਿ ਸਾਨੂੰ ਤੇ ਤੁਸੀਂ OSD ਵੀ ਨਹੀਂ ਬਣਾਇਆ। ਉਹ ਕਹਿੰਦਾ ਤੂੰ ਬਣ ਜਾ, ਉਹ ਕਹਿੰਦਾ ਚਿੱਠੀ ਦੇ। ਹੁਣ ਇਹ ਜਿਹੜਾ ਰੌਲਾ, ਉਹ ਕਹਿੰਦੇ ਹੋਣੇ ਵੀ ਚਿੱਠੀ ਦੇ ਦਿੰਦੇ ਆ। ਹੁਣ ਅੰਦਰ ਜਿਹੜੀ ਬੰਦ ਕਮਰਿਆਂ 'ਚ ਗੱਲ ਹੈ, ਨੈਗੋਸੀਏਸ਼ਨ ਤੇ ਇਹੋ ਹੀ ਹੋਣੀ ਆ। ਪਰ ਸਵਾਲ ਇਹ ਹੁੰਦਾ ਕਿ ਜਦੋਂ ਤੀਰ ਇੱਕ ਵਾਰੀ ਕਮਾਨ 'ਚੋਂ ਨਿਕਲ ਜਾਏ ਫਿਰ ਉਹਨੂੰ ਵਾਪਸ ਨਹੀਂ ਲਿਆਂਦਾ ਜਾਂਦਾ ਨਾ, ਤੀਰ ਤੇ ਛੱਡ ਦਿੱਤਾ ਹੋਇਆ। ਇਹ ਇਸ ਤਰ੍ਹਾਂ ਨਹੀਂ ਲੜਾਈ ਹੋਣੀ। ਇਹ ਤੇ ਕਿਤੇ ਨਾ ਕਿਤੇ ਮੈਂ ਦੇਖਿਆ ਇਸ ਤਰ੍ਹਾਂ ਵੀ ਹੋ ਜਾਂਦਾ, ਬੜਾ ਰੇਅਰਲੀ। ਲੋਕਾਂ ਦੇ ਫਿਰ ਕੋਰਟਾਂ ਦੇ ਵਿੱਚ ਵੀ ਕੁਝ ਬਣਦਾ ਨਹੀਂ, ਫਿਰ ਲੋਕ ਅਲਟੀਮੇਟਲੀ ਮੰਨ ਨਹੀਂ ਜਾਂਦੇ। ਲੋਕਾਂ ਨੂੰ ਪਤਾ ਤੇ ਲੱਗ ਜਾਂਦਾ ਕਿ ਉਹਦਾ ਹੀ ਝੂਠ ਹੋ ਗਿਆ, ਧੋਖਾ ਹੋ ਗਿਆ, ਵੀ ਗੜਬੜ ਹੋ ਗਈ। ਉਹ ਤੇ ਫਿਰ ਕੱਲ ਨੂੰ 5 ਸਾਲਾਂ ਬਾਅਦ ਜਦੋਂ ਵੀ ਚੋਣਾਂ ਆਉਂਦੀਆਂ ਜਾਂ 2024 ਚ ਆਉਣਗੀਆਂ, ਉਦੋਂ ਲੋਕ ਫੈਸਲਾ ਦੇਣਗੇ। ਪਰ ਉਹ ਮੌਕੇ ਦੇ ਉੱਤੇ ਗੰਢ ਧੁੱਪ ਹੋ ਜਾਂਦੀ ਹੈ। ਇਹ ਹੁਣ ਚੱਲੇ ਹੋਏ ਆ ਗੰਢ ਧੁੱਪ ਲਈ। ਪਰ ਲੋਕਾਂ ਦਾ ਜਿਹੜਾ ਸਵਾਲ ਆ ਉਹ ਸੁਖਵਿੰਦਰ ਇਹ ਹੈ ਕਿ ਵਿਜੇ ਸਿੰਗਲਾ ਨੇ ਤੇ ਪੈਸਾ ਲਿਆ ਵੀ ਕੋਈ ਨਹੀਂ, ਤੇ ਵਿਜੇ ਸਿੰਗਲਾ ਦਾ ਇੱਕ ਛੋਟਾ ਜਿਹਾ, ਮੇਰੇ ਖਿਆਲ 10,000 ਦਾ ਫੋਨ ਸੀ ਕਿ ਕਿੰਨੇ ਕੁ ਦਾ ਸੀ, ਜਿੰਨਾ ਵੀ ਸੀਗਾ, ਉਹ ਫੋਨ ਦੀ ਇੱਕ ਗੱਲ ਹੀ ਸੀ। ਉਹ ਵੀ ਵਿਜੇ ਸਿੰਗਲਾ ਉਹਦੇ 'ਚ ਆਪ ਨਹੀਂ ਹੈਗਾ, ਉਹਦਾ ਅਸਿਸਟੈਂਟ ਹੈਗਾ। ਉਹ ਗੱਲ ਕਿਸੇ ਨਾਲ ਗਾਂਹ ਕਰ ਰਿਹਾ ਕਿਉਂਕਿ ਉਹਦਾ ਅਸਿਸਟੈਂਟ ਵਿਜੇ ਸਿੰਗਲੇ ਦਾ ਹੈ, ਇਸ ਕਰਕੇ ਗਾਜ ਵਿਜੇ ਸਿੰਗਲੇ ਤੇ ਗਿਰ ਗਈ। ਫਟ ਦੇਣੀ ਬੁਲਾਇਆ ਗਿਆ
ਕਿਹਦੇ ਵੱਲੋਂ? ਚੀਫ ਮਿਨਿਸਟਰ ਵੱਲੋਂ, ਭਗਵੰਤ ਮਾਨ ਵੱਲੋਂ। ਠੀਕ ਹੈ, ਬੁਲਾਉਣਾ ਠੀਕ ਸੀ। ਉਹਨਾਂ ਨੇ ਮੀਡੀਆ ਦੇ ਵਿੱਚ ਅਨਾਉਂਸਮੈਂਟ ਕੀਤੀ ਕਿ ਉਹਨੇ ਮੇਰੇ ਕੋਲ ਮੰਨ ਲਿਆ। ਉਹ ਮੰਨੀ ਹੋਈ ਕਿਹੜੀ ਗੱਲ ਆ? ਕੋਈ ਰਿਕਾਰਡਿੰਗ ਕਿੱਦਾਂ? ਕੋਈ ਨਹੀਂ ਆਈ। ਬੰਦਾ ਬਾਹਰ ਆ, ਉਹ ਪਾਰਟੀ 'ਚ ਕੰਮ ਵੀ ਕਰ ਰਿਹਾ, ਚੌੜਾ ਹੋ ਕੇ ਕੰਮ ਕਰ ਰਿਹਾ। ਇੱਥੇ ਬੰਦਾ ਖੁਦ ਇਨਵੋਲਵਡ ਹੈਗਾ, ਬੰਦੇ ਦੀ ਖੁਦ ਮਤਲਬ ਆ ਰਹੀ ਆ, ਦੂਜਾ ਬੰਦਾ ਜਿਹੜਾ ਉਹਦੇ ਬਾਰੇ ਸਾਰੀ ਗੱਲ ਠੋਕ ਕੇ ਦੱਸ ਰਿਹਾ ਵੀ ਆਹ ਗੱਲ ਉਹਦੀ ਆਪਣੀ ਭਾਸ਼ਾ 'ਚ, ਤੇ ਉਹ ਮੰਨ ਰਿਹਾ ਕਿ ਮੇਰੀ ਇਹ ਭਾਸ਼ਾ ਆ, ਕਿ ਮੈਂ ਡਿਨਾਈ ਨਹੀਂ ਕਰ ਰਿਹਾ ਕਿ ਮੈਂ ਨਹੀਂ ਹੈ, ਮੇਰੀ ਆਵਾਜ਼ ਨਹੀਂ ਹੈ, ਫਲਾਨਾ ਨਹੀਂ। ਫੇਰ ਬਈ ਜਿਹੜੀ ਪਬਲਿਕ 'ਚ ਸਾਰੀ ਗੱਲ ਆਈ ਆ, ਉੱਥੇ ਤੁਸੀਂ ਗੰਢ ਧੁੱਪ ਕਰਕੇ ਕਿਉਂ? ਕਿਉਂਕਿ ਵਿਜੇ ਸਿੰਗਲੇ ਤੋਂ ਪਹਿਲਾਂ ਕੁਝ ਸਿੱਖ ਲਿਆ ਰੌਲਾ ਪਾਉਣ ਤੋਂ ਬਾਅਦ, ਕਿ ਇਹ ਸਿੱਖਿਆ ਮਿਲ ਗਈ ਵੀ ਇਹ ਕੰਮ ਨਹੀਂ ਕਰੀਦਾ, ਘਰ ਦੇ ਭੇਦ ਬਾਹਰ ਨਹੀਂ ਖੋਲੀਦੇ। ਤੇ ਘਰ ਦੇ ਜਿਹੜੇ ਮਾਂ ਜਿਵੇਂ ਆਪਣੇ ਬੱਚੇ ਨੂੰ ਹਮੇਸ਼ਾ ਪਲੋਸਦੀ ਆ, ਕਹਿਣਾ ਨਹੀਂ ਚਾਹੀਦਾ, ਉਹ ਪੁਰਾਣਾ ਪਿੰਡ 'ਚ ਕਹਿੰਦੇ ਸੀ ਘਮਾਰੀ ਆਪਣੇ ਭਾਂਡੇ ਨੂੰ ਹਮੇਸ਼ਾ ਸਿਫਤ ਕਰਦੀ ਹੈ, ਵੀ ਤੁਸੀਂ ਹੁਣ ਆਪਣੇ ਭਾਂਡਿਆਂ ਦੀ ਸਿਫਤ ਕਰਨ ਲੱਗ ਪਏ ਆ। ਫਿਰ ਸਚਾਈ ਕਿੱਥੇ ਰਹੀ? ਕਾਨੂੰਨ ਕਿੱਥੇ ਰਿਹਾ? ਤੇ ਉਹ ਤੁਹਾਡੇ ਵਾਅਦੇ ਕਿੱਥੇ ਰਹੇ? ਤੇ ਉਹ ਜਿਹੜੇ ਸੁਪਨੇ ਸਾਜੇ ਲੋਕਾਂ ਦੇ ਮਨਾਂ 'ਚ, ਉਹਨੂੰ ਪੂਰਨ ਕਰਨ ਵੱਲ ਤੁਹਾਡੇ ਕਦਮ ਕਿੱਥੇ ਰਹੇ? ਇਹ ਗੱਲਾਂ ਤੇ ਫਿਰ ਸਵਾਲ ਖੜੇ ਰਹਿਣਗੇ। ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜਿੰਨਾ ਕੁ ਡੈਂਟ ਪੈਣਾ ਸੀ ਉਹ ਪੈ ਚੁੱਕਿਆ ਆ। ਸਵਾਲ ਫਿਰ ਉੱਥੇ ਆ ਕੇ ਮੁੱਕਦਾ ਕਿ ਜਦੋਂ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਤਰਸੇਮ ਲਾਲ ਕਪੂਰ, ਉਹ ਕਹਿੰਦੇ ਕਿ ਮੈਂ ਤਾਂ ਇਹ ਜਿਹੜੀ ਆਡੀਓ ਹੈ ਉਸ ਨੰਬਰ ਤੇ ਵੀ ਪਾਈ ਸੀ ਜਿਹਦੇ ਤੇ ਕਹਿੰਦੇ ਕਿ ਰਿਸ਼ਵਤ ਦੀ ਸ਼ਿਕਾਇਤ ਦਿਓ, ਅਸੀਂ ਕਾਰਵਾਈ ਕਰਾਂਗੇ। ਮਤਲਬ ਕਿ ਫਿਰ ਉੱਥੇ ਵੀ ਕੋਈ ਕਾਰਵਾਈ ਨਹੀਂ ਹੁੰਦੀ, ਕਿੱਦਾਂ ਡਾਟਾ ਦੇਣਗੇ? ਲੋਕ ਤਾਂ ਪੁੱਛਣਗੇ ਨਾ, ਇਹ 5 ਸਾਲ ਏਦਾਂ ਨਹੀਂ ਲੱਗ ਜਾਣੇ। ਲੋਕ ਕੱਲੀ ਗੱਲ ਦਾ, ਕੱਲੇ ਮਿੰਟ ਦਾ, ਕੱਲੇ ਦਿਨ ਦਾ ਹਿਸਾਬ ਲੈਣਗੇ, ਜਿਵੇਂ BMW ਦਾ ਰੌਲਾ ਪਿਆ ਤੇ ਸਰਕਾਰ ਨੂੰ ਜਿਹੜਾ ਉਹ ਬੈਕਫੁੱਟ ਤੇ ਆਉਣਾ ਪਿਆ। ਪ੍ਰੋਫੈਸਰ ਸਾਹਿਬ, ਗੱਲ ਬੀਜੇਪੀ ਦੀ ਤੁਸੀਂ ਕਰਤੀ ਸੀ ਥੋੜੀ ਜੀ, ਮੈਂ ਥੋੜਾ ਹੋਰ ਉਹਨੂੰ ਅੱਗੇ ਵਧਾਵਾਂ। ਮਿਸ਼ਨ ਲੋਟਸ ਦੇ ਖਿਲਾਫ ਉਹ ਕਹਿੰਦੇ ਕਿ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ, ਇਸ ਕਰਕੇ ਉਹ ਗਵਰਨਰ ਸਾਹਿਬ ਨੂੰ ਮਿਲ ਗਏ ਜਾ ਕੇ, ਉਹਨਾਂ ਨੂੰ ਕਹਿੰਦੇ ਕਿ ਤੁਸੀਂ ਕਰੋ ਜੀ ਇਹਦੇ ਉੱਤੇ ਕਾਰਵਾਈ। ਹੁਣ ਸਵਾਲ ਇਹ ਉੱਠਦਾ ਕਿ ਪੰਜਾਬ ਦੇ ਵਿੱਚ ਹੋਰ ਬਹੁਤ ਮੁੱਦੇ ਨੇ, ਕਈ ਦਿਨਾਂ ਤੋਂ ਇਹਨਾਂ ਨੇ ਸਿਆਸਤ ਨੂੰ ਕਦੇ ਉਹਦੇ ਤੇ ਸੁੱਟਤੀ, ਕਦੇ ਉਹਦੇ ਸੁੱਟਤੀ। ਤੁਸੀਂ ਘੱਟੋ ਘੱਟ ਜੋ ਕੁਝ ਕੇਂਦਰ ਕਰ ਸਕਦੀ ਹੈ ਪੰਜਾਬ 'ਚ, ਉਹ ਤੇ ਉਹ ਤੋਂ ਕਰਾ ਲਓ, ਉਹ ਕਿਉਂ ਨਹੀਂ ਕਰਾਉਂਦੇ? ਸੁਰਿੰਦਰ, ਬੜੀ ਅਫਸੋਸ ਦੀ ਗੱਲ ਆ। ਮੈਂ ਅੱਜ ਕਿਸੇ ਹੋਰ ਵੀ ਚੈਨਲ ਤੇ ਇਹ ਗੱਲ ਕਹਿ ਕੇ ਆਇਆ, ਮੈਂ ਤੁਹਾਡੇ ਨਾਲ ਵੀ ਉਹੀ ਗੱਲ, ਆਪਣਾ ਵਿਚਾਰ ਸ਼ੇਅਰ ਕਰਨ ਲੱਗਾ। ਸਾਡੇ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ ਲੋਕਤੰਤਰਕਤਾ ਦਾ ਬੂਟਾ, ਜਾਨੀ ਡੈਮੋਕ੍ਰੇਸੀ ਦਾ ਬੂਟਾ, ਥੋੜੇ ਕੁ ਦਿਨ ਤੇ ਜਾਨੀ 2 ਦਹਾਕੇ ਤੇ ਉੱਗਿਆ, ਹੌਲੀ ਤਾਂ ਨੂੰ ਗਿਆ, ਪੱਤੇ ਪੁੱਤੇ ਨਿਕਲੇ, ਲੱਗਾ ਕਿ ਇਹਨੂੰ ਫਲ ਫੁੱਲ ਲੱਗੂਗਾ। ਹੁਣ ਜਦੋਂ ਉਹਦੇ ਅਸਲੀ ਫਲ ਲੱਗਣੇ ਸੀਗੇ, ਉਹਨੂੰ ਪਤਾ ਨਹੀਂ ਕੀ ਵਾਇਰਸ ਪੈ ਗਈ ਆ, ਕੋਈ ਕੀੜੇ ਪੈ ਗਏ ਆ, ਕੁਛ ਆ, ਉਹਦੀ ਲੱਕੜ ਵੀ ਸੁੱਕਣ ਲੱਗ ਗਈ, ਪੱਤੇ ਵੀ ਡਿੱਗਣ ਲੱਗ ਪਏ ਆ। ਇਸ ਬੂਟੇ ਨੂੰ ਬਚਾਉਣਾ ਕਿਵੇਂ ਆ? ਇਸ ਗੱਲ ਦਾ ਸੰਸਾ ਹੈਗਾ। ਸਾਰੇ ਰਲ ਮਿਲ ਕੇ, ਸਾਰੀਆਂ ਹੀ ਪਾਰਟੀਆਂ ਕਾਹਦੀਆਂ, ਤੁਸੀਂ ਇੰਜ ਕਹਿ ਲਓ ਕਿ ਜਿਵੇਂ ਗੈਂਗਸਟਰ ਨਹੀਂ ਹੁੰਦੇ ਕੰਮ ਕਰਦੇ, ਪਾਰਟੀਆਂ ਤੇ ਕੰਮ ਕਾਨੂੰਨ ਦੇ ਤਹਿਤ ਕਰਦੀਆਂ, ਵਰਕਰ ਨੂੰ ਨਾਲ ਲੈ ਕੇ ਗੱਲ ਕਰਦੀਆਂ, ਵਰਕਰ ਦੀ ਸਹਿਮਤੀ ਨਾਲ ਚੱਲਦੀਆਂ, ਵਰਕਰ ਨੂੰ ਉਹਨਾਂ ਦੀ ਸਟਰੈਂਥ ਆ, ਵਰਕਰ ਉਹਨਾਂ ਦਾ ਜਿਹੜਾ ਕੱਢ ਰਿਹਾ ਉਹ ਉਹਨਾਂ ਦੇ ਸਿਰ ਦਾ ਤਾਜ ਹੋਣਾ ਚਾਹੀਦਾ। ਉਹਨਾਂ ਨੇ ਵੋਟਾਂ ਲੈਣੀਆਂ ਲੋਕਾਂ ਤੋਂ ਮੰਗਣੀਆਂ, ਤੇ ਉਹਨਾਂ ਨੇ ਹੀ ਪਾਰਟੀ ਦੀ ਪਬਲਿਕ ਓਪੀਨੀਅਨ ਪ੍ਰੋਗਰਾਮ ਲੋਕਾਂ ਕੋਲ ਲੈ ਕੇ ਜਾਣੇ। ਉਹ ਤੇ ਹੈ ਦਿਖਦਾ ਨਹੀਂ ਕਿਤੇ ਕਿ ਪਾਰਟੀਆਂ ਇੰਜ ਕੰਮ ਕਰਨ। ਲਾਕੜੀ ਬਣੇ ਆ, ਚੌਧਰੀ ਬਣੇ ਆ, ਠੇਕੇਦਾਰ ਬਣੇ ਆ, ਜਾਨੀ ਆ ਜੀ ਤੱਕੜੀ ਦਾ ਠੇਕੇਦਾਰ, ਆ ਜੀ ਝਾੜੂ ਦਾ ਠੇਕੇਦਾਰ, ਆ ਜੀ ਕਮਲ ਦਾ ਠੇਕੇਦਾਰ, ਇਸ ਕਿਸਮ ਦੇ ਬਣ ਗਏ। ਇਹ ਠੇਕਾ ਉਹਦੇ ਕੋਲ ਆ, ਇਹ ਬ੍ਰਾਂਡ ਉਹਦੇ ਕੋਲ ਆ, ਇਹ ਬ੍ਰਾਂਡ ਉਹਦੇ ਕੋਲ ਆ, ਇਹ ਬ੍ਰਾਂਡ ਉਹਦੇ ਕੋਲ, ਉੱਥੇ ਜਾਓ, ਸਲਾਮ ਕਰੋ ਤੇ ਕੰਮ ਕਰਵਾਓ। ਇਸ ਕਿਸਮ ਦੀ ਜਿਹੜੀ ਪੋਲਿਟਿਕਸ ਬਣ ਗਈ ਹੈ, ਔਰ 24 ਘੰਟੇ ਉਹਦੇ ਤੇ ਦੋਸ਼, ਉਹਦੇ ਤੇ ਦੋਸ਼, ਉਹਦੇ ਤੇ ਦੋਸ਼, ਤੇ ਲੋਕ ਬਾਹਰ, ਲੋਕ ਭੁੱਖੇ ਮਰ ਰਹੇ ਆ। ਲੋਕ, ਪਤਾ ਤੁਹਾਨੂੰ ਬੇਰੁਜ਼ਗਾਰੀ ਕਿੰਨੀ ਹੈ ਸਾਡੇ ਦੇਸ਼ ਦੇ ਅੰਦਰ? ਜੇ ਕਿਤੇ ਹੋਰ ਕਿਸੇ ਵੀ ਯੂਰਪੀਅਨ ਕੰਟਰੀ 'ਚ ਹੁੰਦੀ ਤੇ ਹਾਹਾਕਾਰ ਮੱਚੀ ਹੁੰਦੀ ਸੀ। ਉਹਨਾਂ ਨੇ ਇਹਨਾਂ ਨੂੰ ਘਰਾਂ ਤੋਂ ਬਾਹਰ ਨਹੀਂ ਸੀ ਨਿਕਲ ਦੇਣਾ, ਇਹਨਾਂ ਲੀਡਰਾਂ ਨੂੰ। ਇਹ ਲੀਡਰ ਇਸ ਵੇਲੇ ਉਹ ਸਾਰੇ ਮੁੱਦੇ ਜਿਹੜੇ ਇਹਨਾਂ ਨੇ ਚੋਣਾਂ ਦੇ ਵਿੱਚ ਵਾਅਦੇ ਕਰਕੇ ਆਏ ਸੀ, ਭਾਵੇਂ ਉਹ ਵਿਰੋਧੀ ਪਾਰਟੀਆਂ ਸੀ ਤੇ ਭਾਵੇਂ ਜਿਹੜੀ ਹਾਕਮ ਪਾਰਟੀ ਹੈ, ਉਹ ਤੇ ਰੱਖਤੇ ਇੱਕ ਪਾਸੇ। ਇੱਕ ਇਹੋ ਜਿਹੀ ਫੁੱਟਬਾਲ ਦੀ ਗੇਮ ਖੇਡਣ ਲੱਗ ਪਿਆ, ਉਧਰ ਨੂੰ ਮਾਰਦਾ, ਲੋਕ ਤਾੜੀਆਂ ਮਾਰਨ। ਹੁਣ ਜੇ ਭੁੱਖੇ ਪੇਟ ਫੁੱਟਬਾਲ ਮੈਚ ਥੋੜੀ ਚੰਗਾ ਲੱਗਦਾ, ਉੱਥੇ ਤੇ ਨਿਆਣੇ ਮਾਰ ਚਪੇੜਾਂ ਤੇ ਚਪੇੜਾਂ, ਨਿਆਣੇ ਜਿਹੜੇ ਰੋਂਦੇ ਆ, ਸਾਨੂੰ ਰੋਟੀ ਦੇ, ਸਾਨੂੰ ਫੀਸ ਦੇ, ਸਾਨੂੰ ਕੱਪੜੇ ਦੇ, ਉਹ ਮਾਰਦੇ ਚਪੇੜਾਂ। ਉਹ ਕਹਿੰਦੇ ਦਿੱਤਾ ਹੀ ਨਹੀਂ, ਕਿਤੇ ਕਿੱਥੋਂ ਦੇਈਏ, ਛੱਡ ਦਿਓ ਸਕੂਲ। ਇਹ ਹਾਲਤ ਥੱਲੇ ਧਰਾਤਲ ਦੀ ਹੈਗੀ ਹੈ। ਬਹੁਤ ਸਾਰੇ ਬੱਚੇ ਕੋਵਿਡ ਤੋਂ ਬਾਅਦ 25-30% ਗਏ ਨਹੀਂ ਸਕੂਲਾਂ।
ਚਾਹੀਦਾ ਤੇ ਇਹ ਸੀ ਕਿ ਸਾਰੀਆਂ ਸਰਕਾਰਾਂ ਜਿਵੇਂ ਡੈਮੋਕ੍ਰੇਸੀ ਦਾ ਇੱਕ ਰੂਲ ਆ, ਜੋ ਲੋਕ ਪਛੜ ਗਏ 2 ਸਾਲ ਜਿਨ੍ਹਾਂ ਨੂੰ ਬਹੁਤ ਸਾਰਾ ਧੱਕਾ ਲੱਗਾ, ਉਹਨਾਂ ਨੂੰ ਇੱਕਦਮ ਦੁਬਾਰਾ ਮੇਨ ਸਟ੍ਰੀਮ 'ਚ ਲੈ ਕੇ ਆਉਂਦੇ, ਸਿਸਟਮ 'ਚ ਲੈ ਕੇ ਆਉਂਦੇ। ਕੋਈ ਉਹਨਾਂ ਦੇ ਰੁਜ਼ਗਾਰ ਦੇ ਸਾਧਨ ਜਿਨ੍ਹਾਂ ਦੇ ਉੱਜੜ ਗਏ ਕਦੀ ਗੱਲ ਸੁਣੀ ਆ? ਛੋਟੇ ਵਪਾਰੀ ਉੱਜੜ ਗਏ ਕਦੀ ਗੱਲ ਸੁਣੀ ਆ? ਮਜ਼ਦੂਰਾਂ ਦਾ ਕੀ ਬਣਿਆ? ਝੁੱਗੀ ਝੌਂਪੜੀ ਵਾਲਿਆਂ ਦਾ ਕੀ ਬਣਿਆ? ਕਦੀ ਕੋਈ ਗੱਲ ਸੁਣਦੇ ਇਹਨਾਂ ਦੇ ਮੂੰਹੋਂ? ਕੀ ਹਾਲਤ ਵਿੱਚ ਰਹਿ ਰਹੇ ਆ? ਇਹ ਤੇ ਲੱਗਦਾ ਕਿ ਉਹ ਤੇ ਸਿਰਫ ਇੱਕ ਵੋਟਾਂ ਪਾਉਣ ਵਾਲੀਆਂ ਮਸ਼ੀਨਾਂ। ਦੂਸਰੀ ਗੱਲ ਮੇਰਾ ਆਰਗੂਮੈਂਟ ਇਹ ਹੈਗਾ, ਹਰ ਕੰਮ ਲਈ ਡੈਮੋਕ੍ਰੇਸੀ ਦੇ ਅੰਦਰ ਇੱਕ ਕੁਆਲੀਫਿਕੇਸ਼ਨ ਹੈ ਨਾ। IAS ਬਣ ਲਈ, IPS ਬਣ ਲਈ, ਜੱਜ ਬਣ ਲਈ, ਇਹਨਾਂ ਲਈ ਕੁਆਲੀਫਿਕੇਸ਼ਨ ਕੀ ਆ? ਕੋਈ ਨਹੀਂ। ਹਾਂ, ਪੈਸਾ ਹੋਣਾ ਚਾਹੀਦਾ ਤੇ ਝੂਠ ਬੋਲਣਾ ਆਉਣਾ ਚਾਹੀਦਾ ਤੇ ਤੁਹਾਡੇ ਅੰਦਰ ਸੱਤਾ ਦਾ ਹਵਸ ਹੋਣਾ ਚਾਹੀਦਾ। ਐਸੈਂਸ਼ੀਅਲ ਕੁਆਲੀਫਿਕੇਸ਼ਨ ਹੈ। ਜੇ ਸੱਤਾ ਦਾ ਹਵਸ ਨਹੀਂ ਹੈਗਾ ਤੁਹਾਨੂੰ, ਹਵਸ ਮੈਂ ਕਹਿ ਰਿਹਾ, ਜੇ ਉਹ ਨਹੀਂ ਹੈ ਤੇ ਫਿਰ ਤੁਸੀਂ ਉਹ ਨਹੀਂ ਬਣ ਸਕਦੇ। ਫਿਰ ਤੁਸੀਂ ਕਿਤੇ ਡੇਰੇ ਤੇ ਬਹਿ ਜਾਓ, ਸਾਧੂ ਬਣ ਜਾਓ, ਉੱਥੇ ਜ਼ਿਆਦਾ ਤੁਹਾਡੀ ਮਹਿਮਾ ਹੋ ਜਾਊਗੀ। ਇਹ ਕੁਆਲੀਫਿਕੇਸ਼ਨ ਬਣ ਚੁੱਕੀਆਂ ਆ। ਅੱਛਾ, ਹੁਣ ਸਿਲੈਕਸ਼ਨ ਕਮੇਟੀ ਕਿਹੜੀ ਹੈ ਇਹਨਾਂ ਦੀ? ਪੋਲੀਟੀਕਲ ਪਾਰਟੀਆਂ ਦੀ, ਜਿਹੜੇ ਲੀਡਰ ਬਣਦੇ ਆ ਜਾਂ ਜਿਨ੍ਹਾਂ ਦਾ ਸੱਤਾ ਚਾਹੁੰਦੇ ਆ, ਉਹਨਾਂ ਦੀ ਸਿਲੈਕਸ਼ਨ ਕਮੇਟੀ ਆ ਪਬਲਿਕ, ਵੋਟਰ। ਤੇ ਜਦੋਂ ਸਿਲੈਕਸ਼ਨ ਕਮੇਟੀ ਨੂੰ ਸ਼ਰੇਆਮ ਬਰਾਈਬ ਕਰ ਦੇਣਾ, ਉਹਨਾਂ ਨੂੰ ਕਿਸੇ ਨੂੰ ਦਾਰੂ ਪਿਲਾ ਕੇ ਉਦਣ ਧੁੱਤ ਕੀਤਾ ਹੁੰਦਾ, ਕਿਸੇ ਨੂੰ ਪੁਲਿਸ ਤੋਂ ਡਰਾ ਕੇ ਵੋਟਾਂ ਪਵਾਈਆਂ ਜਾ ਰਹੀਆਂ, ਕੋਈ ਜਿੱਥੇ ਬਿਲਕੁਲ ਹੀ ਨਹੀਂ ਮੰਨਦੇ ਤੇ ਜਾਲੀ ਵੋਟਾਂ ਚੱਲ ਪੈਂਦੀਆਂ, ਕੋਈ ਬਟਨ ਦਬਾ ਰਿਹਾ, ਕੋਈ ਕੁਛ ਕਰ ਰਿਹਾ, ਕੁਛ ਬੀਬੀਆਂ ਨੂੰ ਹੀ ਬਰਾਈਬ ਦੇ ਦਿੱਤੀ ਸਿੱਧੀ ਵੀ ਤੁਹਾਨੂੰ 1000 ਸਰਕਾਰੀ ਖਜ਼ਾਨੇ ਚੋਂ, ਮੈਂ ਕਹਿ ਰਿਹਾ ਪਾਰਟੀਆਂ ਵੱਲੋਂ ਨਹੀਂ, ਸਰਕਾਰੀ ਖਜ਼ਾਨੇ ਚੋਂ, ਕਿ ਤੁਹਾਨੂੰ ਸਾਰੀਆਂ ਨੂੰ 18 ਸਾਲ ਤੋਂ ਉੱਪਰ ਵਾਲੀਆਂ ਵੋਟਾਂ ਬੀਬੀਆਂ ਆ ਕੇ ਪਾਓ, ਤੁਹਾਨੂੰ 1000 ਰੁਪਈਆ ਹਰ ਮਹੀਨੇ ਮਿਲੂਗਾ, 12000 ਮੁਫਤ ਦਾ। ਮੁਫਤ ਖੋਰੇ ਬਣਾਓ। ਔਰ ਉਸ ਸਿਲੈਕਸ਼ਨ ਕਮੇਟੀ ਨੇ 92 ਚੁਣ ਲਏ। ਕੀ ਇਹ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਦਿਖਦਾ? ਕੀ ਇਹ ਦੇਸ਼ ਦੀਆਂ ਕੋਰਟਾਂ ਨੂੰ ਨਹੀਂ ਦਿਖਦਾ? ਕੀ ਇਹ ਹੋਰ ਜਿਹੜੇ ਸਾਡੇ ਸਮਝਦਾਰ ਪੋਲੀਟੀਸ਼ੀਅਨ, ਜਿਹੜੇ ਦਿਆਨਤਦਾਰ ਪੋਲੀਟੀਸ਼ੀਅਨ ਜਾਂ ਸੋਸ਼ਲ ਐਕਟੀਵਿਸਟ ਆ ਜਾਂ ਅਕੈਡਮਿਕਸ ਦੇ ਵਿੱਚ ਬੈਠੇ, ਯੂਨੀਵਰਸਿਟੀਆਂ 'ਚ ਬੈਠੇ, ਉਹ ਕਿਉਂ ਨਹੀਂ ਇੱਕ ਵੱਡੀ ਮੂਵਮੈਂਟ ਛੇੜਦੇ ਬਈ? ਉਹਨਾਂ ਦੀ ਕੋਈ ਜ਼ਿੰਮੇਵਾਰੀ ਸਮਾਜ ਪ੍ਰਤੀ ਨਹੀਂ। ਉਹਨਾਂ ਦੀ 1.5-2 ਲੱਖ, ਮੈਂ ਵੀ ਉਹਨਾਂ ਚੋਂ ਹੀ ਆਇਆ, ਕਿ ਤਨਖਾਹਾਂ ਦਿਓ ਜੀ, ਫਲਾਨਾ ਕਮਿਸ਼ਨ ਲਾਗੂ ਕਰੋ। ਮੈਨੂੰ ਵੀ ਕਈ ਕਹਿੰਦੇ ਆ, ਪ੍ਰੈਸ ਸਾਹਿਬ ਤੁਸੀਂ ਇਹਦੇ ਬਾਰੇ ਬੋਲਿਆ ਕਰੋ, ਕਮਿਸ਼ਨ ਲਾਗੂ ਕਰੋ, ਸਹਿਮਤ ਕਮਿਸ਼ਨ ਲਾਗੂ ਕਰੋ। ਭਰਾਵਾ, ਸਹਿਮਤ ਕਮਿਸ਼ਨ ਤਾਂ ਭਾਵੇਂ ਸਾਡੇ ਕੋਲ ਐਡਵਾਂਸ 8th ਕਮਿਸ਼ਨ ਵੀ ਲਾਗੂ ਕਰਾ ਲਓ, ਅਸੀਂ ਤੁਹਾਡੇ ਹੱਕ 'ਚ ਖੜੇ। ਪਰ ਤੁਹਾਡਾ ਸਮਾਜ ਪ੍ਰਤੀ ਜ਼ਿੰਮੇਵਾਰੀ ਕੀ ਹੈ ਐਜ਼ ਇੰਟੈਲੈਕਚੁਅਲ? ਇਸ ਲਈ ਇੱਥੇ ਬਹੁਤ ਆਵਾ ਉਤਿਆ। ਮੈਂ ਪੈਸੀਮਿਸਟ ਨਹੀਂ ਹੈ, ਮੈਂ ਨਿਰਾਸ਼ਾਜਨਕ ਗੱਲਾਂ ਨਹੀਂ ਕਰ ਰਿਹਾ, ਪਰ ਆਪਾਂ ਇਸ ਗੱਲ ਤੋਂ ਵੀ ਤੁਸੀਂ ਅੱਖਾਂ ਨਾ ਮੀਟ ਕੇ ਰੱਖੋ ਕਿ ਧਰਾਤਲ ਤੇ ਹੋ ਕੀ ਰਿਹਾ ਤੇ ਸਾਡੀ ਪੋਲਿਟਿਕਸ ਕਿੱਧਰ ਨੂੰ ਜਾ ਰਹੀ ਹੈ। ਤੁਹਾਡੇ ਕਿਉਂ ਨਹੀਂ ਸਕਰੂਟਨੀ ਹੁੰਦੀ ਕਿ ਬੰਦੇ ਕਿਹੋ ਜਿਹੇ ਪੋਲਿਟਿਕਸ ਵਿੱਚ ਆਉਣ ਪਈ? ਇਹ ਕਿਸੇ ਲਿਖ ਕੇ ਦਿੱਤਾ ਆ? ਜਿਨ੍ਹਾਂ ਨੇ, ਜਿਹੜੇ ਸਾਡੇ ਦੇਸ਼ ਦੇ ਪੂਰੇ ਮੈਨੇਜਰ ਅਸੀਂ ਨਾਮਜ਼ਦ ਕਰਨੇ 5 ਸਾਲ, ਪੂਰੇ ਮੈਨੇਜਰ ਆ ਉਹ, ਉਹਨਾਂ ਪ੍ਰਤੀ ਅਸੀਂ ਕਿਉਂ ਸੁਹਿਰਦ ਨਹੀਂ ਹੁੰਦੇ? ਕਿਉਂ ਨਹੀਂ ਕੋਈ ਨਾ ਕੋਈ ਕ੍ਰਾਈਟੇਰੀਆ ਬਣਾਉਂਦੇ? ਚਲੋ ਮੰਨ ਲਓ ਕਿ ਆਪਾਂ ਕਿਸੇ ਨੂੰ ਬਾਹਰ ਨਹੀਂ ਰੱਖਦੇ, ਖੁੱਲੀ ਖੇਲ ਹੈ, ਜਿਹੜਾ ਮਰਜ਼ੀ ਆ ਜਾਏ, ਪਰ ਲੋਕਾਂ ਨੂੰ ਬਰਾਈਬ ਤੇ ਨਾ ਕਰੋ, ਲੋਕਾਂ ਦੀ ਜੈਨੂਅਨ ਓਪੀਨੀਅਨ ਤੋਂ ਅੱਗੇ ਆਉਣ ਦਿਓ। ਮੈਂ ਕਹਿੰਦਾ ਉਹਨਾਂ ਦੀ ਓਪੀਨੀਅਨ ਨੂੰ ਵੀ ਤੁਸੀਂ ਬਰਾਈਬ ਕਰ ਲਿਆ, ਭ੍ਰਸ਼ਟ ਕਰ ਲਿਆ, ਵੋਟਾਂ ਵੀ ਲੈ ਲਈ, ਫਿਰ ਰਾਈਟ ਟੂ ਰਿਕਾਲ ਤੇ ਦਿਓ। ਉਹਨਾਂ ਨੂੰ ਸਾਲ ਬਾਅਦ ਕਹੋ ਚੱਕੇ ਪਰਾਂ ਮਾਰੋ, ਜਿਹੜਾ ਨਹੀਂ ਕੰਮ ਕਰਦਾ, ਮਾਰੋ ਉਹਨੂੰ ਫੜ ਕੇ, ਘਿਰਾਓ ਕਰੋ ਉਹਨਾਂ ਦਾ। ਇਸ ਲਈ ਇਹ ਗੱਲਾਂ, ਇਲੈਕਸ਼ਨ ਕਮਿਸ਼ਨ ਜੇ ਸਾਡੇ ਦੇਸ਼ ਦੀ ਚੋਣ ਪ੍ਰਣਾਲੀ ਵਿੱਚ ਵੱਡੇ ਸੁਧਾਰ ਨਾ ਹੋਏ ਤਾਂ ਇਹ ਕੰਮ ਸਾਡਾ ਹੁਣ ਠੁੱਕ ਚੁੱਕਾ। ਇਹ ਹੁਣ ਬਚਣਾ ਨਹੀਂ ਹੈਗਾ। ਮੈਂ ਦੇਖ ਰਿਹਾ ਦਿਨ ਬ ਦਿਨ। ਅਗਲਾ ਹੁਣ ਸਟੈਪ ਇਹਦਾ ਕੀ, ਮੈਂ ਤੁਹਾਨੂੰ ਅੱਜ ਦੱਸ ਦਿੰਦਾ। ਮੈਂ ਕਹਿ ਤੇ 5-6 ਸਾਲਾਂ ਤੋਂ ਰਿਹਾ। ਉਹ ਸਟੈਪ ਹੋਣਾ ਕਿ ਇੱਥੇ ਖਾਸ ਕਰਕੇ ਫਿਰਕਾ ਪ੍ਰਸਤੀ ਦਾ ਆਲਮ ਲਾਂਬੂ ਲੱਗਣ ਵਾਲੇ ਆ। ਤੁਸੀਂ ਦੇਖ ਲੀਆਂ ਵੀਡੀਓ, ਮਦਰਸਿਆਂ ਦੇ ਵਿੱਚ ਜਾ ਕੇ, ਚੈਨਲਾਂ ਵਾਲੇ ਜਾ ਕੇ ਭੁੜਕ ਕੇ ਉੱਥੇ ਆਹ ਹੋ ਗਿਆ, ਉਹ ਹੋ ਗਿਆ, ਉਹ ਹੋ ਗਿਆ। ਕਦੀ ਹਿਜਾਬ ਦਾ ਮਾਮਲਾ, ਕਦੀ ਮਦਰਸਿਆਂ ਦਾ ਮਾਮਲਾ। ਇਹ ਕਿਉਂ ਮੁੱਦੇ ਛਿੜ ਰਹੇ ਆ? ਇਹ ਕੋਈ ਇਸ ਕਰਕੇ ਥੋੜੀ ਕਿ ਕਿਸੇ ਨੂੰ, ਇਸ ਕਰਕੇ ਕਿ ਪੋਲਰਾਈਜੇਸ਼ਨ ਕਰਨੀ ਆ, ਧਰੁਵੀਕਰਨ ਕਰਨਾ, ਤੇ ਘੱਟ ਗਿਣਤੀਆਂ ਨੂੰ ਟਾਰਗੇਟ ਕਰਕੇ ਬਹੁ ਗਿਣਤੀਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਕੁਝ ਕਰਕੇ ਤੇ ਲਾਲਾ ਕਰਵਾਉਣੀ ਆ, ਵੋਟਾਂ ਲੈਣੀਆਂ। ਜੇ ਤੁਸੀਂ ਇੰਨੇ ਕੰਡੇ ਬੀਜ ਕੇ, ਜੇ ਇੰਨਾ ਲਾਂਬੂ ਲਾ ਕੇ, ਇੰਨੀ ਸਮਾਜ ਵਿੱਚ ਜ਼ਹਿਰ ਭਰ ਕੇ ਤੁਸੀਂ ਵੋਟਾਂ ਲਓਗੇ, ਸੱਤਾ ਚਾਹੋਗੇ, ਇਹ ਮਤ ਭੁੱਲੋ। ਤੁਸੀਂ ਉਸੇ ਅੱਗ 'ਚ ਸੜੋਗੇ, ਤੁਸੀਂ ਉਸੇ ਜ਼ਹਿਰ ਦੇ ਤੁਹਾਡੇ ਅੰਦਰ ਚਲੇ ਜਾਓਗੀ, ਉਸੇ ਦਾ ਸ਼ਿਕਾਰ ਹੋਗੇ।
कोई नहीं बचूगा, कोई सेन नहीं होगा, कोई सही दिमाग नहीं किसी का शरीर और दिमाग रहूगा। यही कारण है कि साडे बच्चे भज भज के बाहर जा रहे। सुखविंदर वो समझदार आ, उन्होंने पता लग गया इस गल का, उन्होंने वो देखते आ कि उत्थे बाहरले देशों च की हो रहा और साडे देश दे विच साडे राजनीतिक नेतागण की कर रहे हैं सरकारां च बैठ के। इस पार्टी तो आपां किन्नियां उम्मीदां लाइयां। मैं बहुता प्रश्न नहीं करदा, इहदे च मैं बंदियां नूं कदी गाहे बगाहे कई मिल जांदे आ, बहुत ईमानदार बंदे भी हैगे और बड़ी मेहनत नाल कोशिश भी कर रहे, पर जिहड़ी उत्ते छतरी है जिन्हां कोल लीडरशिप हैगी उन्हां दी मनसा वो नहीं हैगी। इसे करके जिहड़े विचारे चंगे मेहनत सारे अपने कारोबार छड्ड के इस पार्टी लई जां इत्थे सरकार दे विच आके भी काम कर रहे आ, उन्हां नूं भी सानू चिंता इह हुंदी किते निराशा हत्थ ना लगे। लास्ट गल मैं ये दस दियां, जिन कई बारी कह चुके, बार बार कहनी चाहिए, जिस देश की पार्लीमेंट 43% लोग जिन्हां ते क्रिमिनल केस रजिस्टर होए होण वो बैठे होण ते उन्नी प्रपोर्शन कैबिनेट विच भी होवे, कल्ले वो हत्थ खड़े करन वाले नहीं 43% भी जानी कैबिनेट च भी बैठे होण। हुण तुसीं उत्थों अंदाजा ला लो कि वो देश की सेवा करन लई आए आ ਜਾਂ देश ਨੂੰ लुट के अपनी गां होर शक्ति प्रदर्शन करके अपनी सत्ता ते लगातार काबिज होण लई आए आ। इथों तुसीं अंदाजा हुण आप ला। ਤੁਸੀਂ ਪ੍ਰੋਫੈਸਰ ਸਾਹਿਬ ਚੋਣ ਕਮਿਸ਼ਨ ਦੀ ਗੱਲ ਕਰ ਰਹੇ ਸੀ, ਉਹ ਤਾਂ ਮਾਨਯੋਗ ਸੁਪਰੀਮ ਕੋਰਟ 'ਚ ਆਪਣੀਆਂ ਮਜਬੂਰੀਆਂ ਦੱਸ ਰਹੇ ਨੇ ਕਿ ਭੜਕਾਊ ਭਾਸ਼ਣਾਂ ਦੇ ਲਈ ਸਾਡੇ ਕੋਲੇ ਕੋਈ ਵਿਸ਼ੇਸ਼ ਕਾਨੂੰਨ ਨਹੀਂ ਹੈਗਾ। ਜੇ ਇਹਨਾਂ ਦਾ ਇਹ ਹਾਲ ਹੈ ਤੇ ਆਮ ਬੰਦੇ ਦਾ ਕੀ ਬਣਦਾ ਹੋਣਾ? ਇਹ ਵੀ ਗੱਲ ਬੜੀ ਅਫਸੋਸ ਵਾਲੀ ਗੱਲ ਆ, ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ 2019 ਚ ਪਾਰਲੀਮੈਂਟ ਦੀਆਂ ਜਨਰਲ ਇਲੈਕਸ਼ਨਾਂ 'ਚ ਨਵਜੋਤ ਸਿੱਧੂ ਨੂੰ ਘਰ ਬਿਠਾਇਆ ਗਿਆ, ਉਹਨੂੰ ਉਹਦੇ ਤੇ ਜਿਹੜਾ ਕੋਈ ਗਲਤ ਬੋਲਿਆ ਸੀ, ਹੋਰਨਾਂ ਨੂੰ ਕਈਆਂ ਨੂੰ, ਮੈਨੂੰ ਹੁਣ ਕੱਲੇ ਕੱਲੇ ਨੂੰ ਯਾਦ ਨਹੀਂ, ਉਹ ਮੇਰਾ ਖਿਆਲ ਉਹ ਮੈਡਮ ਜੰਮੂ ਕਸ਼ਮੀਰ ਵਾਲੀ ਵੀ ਸੀ, PDP ਵਾਲੀ। ਪਰ ਜਿਹੜਾ ਭੜਕਾਊ ਗੁਜਰਾਤ 'ਚ ਜਾ ਕੇ ਜਾਂ ਸ਼ਾਇਦ ਰਾਜਸਥਾਨ 'ਚ ਬੋਲਿਆ ਸੀਗਾ, ਨੌਜਵਾਨਾਂ ਨੂੰ ਵੰਗਾਰ ਕੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਉੱਥੇ ਪਾਕਿਸਤਾਨ 'ਚ ਆਪਰੇਸ਼ਨ ਕੀਤਾ ਉਦੋਂ ਜਾ ਕੇ ਕਿ ਉਹਦੇ ਨਾਂ ਤੇ ਵੋਟਾਂ ਪਾਓ ਸਾਨੂੰ, ਉਹ ਕਿਸੇ ਨੇ ਨਹੀਂ ਉਹਨੂੰ ਸੈਂਕਸ਼ਨ ਕੀਤਾ, ਬਿਲਕੁਲ ਨਹੀਂ ਕੀਤਾ। ਰਾਦਰ ਜਿਹੜੇ ਬੰਦਿਆਂ ਨੇ ਇਸ ਗੱਲ ਦਾ ਉਠਾਇਆ ਉਹਨੂੰ ਇਲੈਕਸ਼ਨ ਕਮਿਸ਼ਨ ਚੋਂ ਬਾਹਰ ਕਰਕੇ ਏਸ਼ੀਅਨ ਡਿਵੈਲਪਮੈਂਟ ਬੈਂਕ 'ਚ ਭੇਜ ਦਿੱਤਾ। ਇਹ ਤੇ ਸਾਡੀ ਹਾਲਤ ਆ ਵੀ ਜਿੰਨੇ ਕੁ ਕਾਨੂੰਨ ਹੈਗੇ ਆ ਤੁਹਾਡੇ ਕੋਲ, 1951 ਦੇ ਐਕਟ ਜਿਹੜਾ ਇਲੈਕਸ਼ਨ ਕਮਿਸ਼ਨ ਜਿਹਦੇ ਤਹਿਤ ਪਾਰਟੀਆਂ ਪੂਟੀਆਂ ਬਣਦੀਆਂ ਸਾਰੀਆਂ, ਪੀਪਲ ਦੇ ਰਿਪਰੈਜ਼ੈਂਟੇਟਿਵ ਐਕਟ ਜਿਹਨੂੰ ਕਹਿੰਦੇ ਆ, ਉਹਨਾਂ ਕਿਤੇ ਤੁਸੀਂ ਲਾਗੂ ਕਰ ਦਿਓ, ਪਰ ਸੁਧਾਰ ਕਿਹਨੇ ਕਰਨੇ ਆ ਬਈ? ਤੁਸੀਂ ਉੱਥੇ ਰੋਟੀਆਂ ਖਾਣ ਲਈ ਐਡਾ ਵੱਡਾ ਜਿਹੜਾ ਨਿਰਮਾਣ ਕੀ ਚੋਣ ਸਦਨ ਜਿਹੜਾ ਉੱਥੇ ਬਣਾਇਆ ਐਡਾ ਸਾਰਾ, ਕਾਹਦੇ ਲਈ? ਇਲੈਕਸ਼ਨ ਕਮਿਸ਼ਨ ਦਾ ਦਫ਼ਤਰ, ਐਡੀ ਸਾਰੀ ਬਿਲਡਿੰਗ ਬਣਾਈ, ਕਿਸੇ ਨੂੰ ਉੱਥੇ ਲਾਗੇ ਨੇੜੇ ਤੇੜੇ ਫੜਕਣ ਨਹੀਂ ਦਿੰਦੇ, ਕਿਤੇ ਬਹੁਤ ਤਗੜੀਆਂ ਪ੍ਰੋਗਰਾਮ ਹੋ ਰਹੇ। ਸਾਡਾ ਕੰਮ ਇਹ ਹੈਗਾ ਕਿ ਦੇਸ਼ ਦੀ ਡੈਮੋਕ੍ਰੇਸੀ ਜਾਂ ਚੋਣਾਂ ਬਾਰ-ਬਾਰ ਹੋ ਰਹੀਆਂ, ਉਸ ਦਾ ਅਸਲੀ ਅਮਲ ਜਿਹੜੀ ਆ ਪ੍ਰਕਿਰਿਆ ਧਰਾਤਲ ਦੇ ਉੱਤੇ ਉਹ ਉਸੇ ਤਰੀਕੇ ਨਾਲ ਹੋਵੇ ਜੋ ਕਨਸਟੀਟਿਊਸ਼ਨ 'ਚ ਲਿਖੀ ਹੈ, ਜਾਂ ਜੋ ਉਹਦੀ ਅਸਲੀ ਲੋਕਤੰਤਰਕ ਪ੍ਰਣਾਲੀ ਦੀ ਜਾਂ ਡੈਮੋਕ੍ਰੇਸੀ ਦੀ, ਜਮਹੂਰੀਅਤ ਦੀ ਅਸਲੀ ਉਹਦੀ ਆਤਮਾ ਆ, ਸਪਿਰਿਟ ਹੈ, ਰੀਅਲ ਉਹਦੀ ਸੈਂਸ ਹੈਗੀ ਆ, ਉਸ ਮੁਤਾਬਕ ਉਹ ਚੱਲੇ। ਤੇ ਜੇ ਚੰਗੇ ਤੋਂ ਚੰਗੇ ਬੰਦੇ ਤੇ ਡਰਦੇ ਮਾਰੇ, ਜਿਵੇਂ ਪੁਲਿਸ ਦੇ ਵਿੱਚ ਲਾਗੋਂ ਦੀ ਨਹੀਂ ਕੋਈ ਲੰਘਦਾ, ਉਹ ਇਹੀ ਕਿ ਯਾਰ ਪੁੱਠਾ ਬੋਲਣਗੇ, ਕੋਈ ਗਲਤ ਬੋਲਣਗੇ, ਕੋਈ ਹੋਰ ਐਵੇਂ ਪੁੱਠਾ ਸਿੱਧਾ ਕੰਮ ਸਿਖਾਉਣਗੇ ਜਾਂ ਸਾਨੂੰ ਕਹਿਣਗੇ। ਇਹੀ ਹਾਲ ਤਾਂ ਪੋਲੀਟੀਸ਼ੀਅਨ 'ਚ ਉਹੀ ਜਾਂਦਾ ਜਿਹੜੇ ਐਨ ਥਿਕ ਸਕਿੰਡ ਹੋ ਜਾਣ, ਝੂਠ ਬੋਲਣ, ਸੱਚ ਬੋਲਣ, ਕੁਛ ਨਹੀਂ ਆ, ਲਾ 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 ਲੱਥੀ ਚਿੜੀ, ਕੁਛ ਨਹੀਂ ਹੈਗੀ। ਜੇ ਉਹ ਬੰਦੇ ਤੁਹਾਡੇ ਰਾਜ ਕਰਦੇ ਆ ਜਾਣਗੇ, ਜ਼ਿਆਦਾ ਵੱਡੀ ਗਿਣਤੀ 'ਚ ਅੱਗੇ ਆ ਜਾਣਗੇ, ਤੇ ਆਪਾਂ ਉਮੀਦ ਕਿੱਥੋਂ ਕਰਦੇ ਹਾਂ? ਇਸ ਦੇ ਵਿੱਚ ਸੁਧਾਰ ਕਰਨ ਦੀ ਬੜੀ ਲੋੜ ਹੈਗੀ ਆ। ਉਹ ਅਸੀਂ ਅਲੱਗ ਕਿਤੇ ਵਿਸ਼ਾ ਹੈਗਾ ਕਿ ਕੀ ਸੁਧਾਰ ਕੀਤੇ ਜਾ ਸਕਦੇ ਇਲੈਕਸ਼ਨ ਦੇ ਵਿੱਚ। ਪਰ ਜੇ ਖੁਦ ਚੋਣ ਕਮਿਸ਼ਨ ਇਹ ਕਹੂਗਾ ਸਾਡੇ ਕੋਲ ਕਾਨੂੰਨ ਨਹੀਂ ਜੀ, ਤੇ ਬਣਵਾਓ ਕਾਨੂੰਨ। ਕਿਹਨੇ ਬਣਵਾਉਣਾ? ਤੁਸੀਂ ਆਪ ਇੱਕ ਰਿਪੋਰਟ ਦਿਓ ਡਟ ਕੇ ਕਿ ਅਸੀਂ ਇਹ ਕਰਦੇ ਹਾਂ, ਪਬਲਿਕ ਦੇ ਵਿੱਚ ਉਹਨੂੰ ਜਾਰੀ ਕਰੋ, ਪੋਲੀਟੀਕਲ ਵਿਰੋਧੀ ਪਾਰਟੀਆਂ ਨੂੰ ਹੱਥ 'ਚ ਉਹ ਰਿਪੋਰਟ ਫੜਾਓ, ਨੈਟ ਤੇ ਪਾਓ। ਸਾਡੇ ਵਰਗੇ ਬੰਦੇ ਰੋਜ਼ ਰੌਲਾ ਪਾਉਣਗੇ? ਬਥੇਰੇ ਲੋਕ ਇੱਥੇ ਜਾਗਰੂਕ ਹੈਗੇ ਆ ਲੋਕ, ਇਸ ਤਰ੍ਹਾਂ ਵੀ ਬਿਲਕੁਲ ਵੋਟਰ ਸਾਡੇ ਕਿਤੇ ਇੰਨੇ ਬੁੱਧੂ ਵੀ ਨਹੀਂ ਹੈਗੇ, ਔਰ ਇੰਨੀ ਵੀ ਦੇਸ਼ ਦੀ ਆਤਮਾ ਨਹੀਂ ਮਰ ਗਈ ਲੋਕਾਂ ਦੀ ਇੱਥੇ ਕਿ ਉਹ ਇੰਨਾ ਵੀ ਨਹੀਂ ਸਮਝਦੇ ਕਿ ਸਾਡੇ ਨਾਲ ਧੱਕਾ ਇੰਨਾ ਹੋ ਰਿਹਾ ਤੇ ਉਹ ਕੁਝ ਕਰਨਾ ਨਾ ਚਾਹੁੰਦੇ ਹੋਣ। ਉਹ ਵੀ ਨਾਲੋਂ ਨਾਲ ਚੱਲ ਰਿਹਾ, ਇਹ ਵੀ ਮੈਂ ਦੱਸ ਦਿਆਂ। ਇਸ ਲਈ ਉਹ ਕੋਸ਼ਿਸ਼ ਕਰਨ, ਔਰ ਜੇ ਬਿਲਕੁਲ ਕੋਸ਼ਿਸ਼ ਨਹੀਂ ਕਰਨੀ, ਇਹ ਬਹੁਤ ਕਰੂਸ਼ੀਅਲ ਟਾਈਮ ਹੈ ਇਸ ਵੇਲੇ।
ਇੱਕ ਗੱਲ ਦੇਖਿਓ ਤੁਸੀਂ 2024 ਚ ਐਸੇ ਪਾਰਟੀ ਦੇ ਜਿਹੜੀ ਹੋਣ ਵਾਲੀ ਆ ਉਹਦੇ ਕਾਫੀ ਅਸਾਰ ਲੱਗਦੇ, ਹਾਲ ਦੀ ਘੜੀ 'ਚ ਅਸਾਰ ਲੱਗਦੇ ਆ ਕਿ ਉਹਨਾਂ ਨੇ ਜਿਸ ਕਿਸਮ ਦਾ ਤਾਣਾ ਬਾਣਾ ਆਪਣਾ ਇਕੱਠਾ ਕਰ ਲਿਆ, ਮਜ਼ਬੂਤੀ ਨਾਲ ਕੁੰਡਾ ਫਸਾਇਆ ਆ ਉੱਪਰ, ਕਿ ਸ਼ਾਇਦ ਉਹ ਦੁਬਾਰਾ ਆ ਜਾਣ। ਕਿਉਂਕਿ ਉਹ ਤੇ ਜੋ ਧੱਕੇ ਕਰ ਰਹੇ ਦੇਖ ਹੀ ਰਿਹਾ ਤੁਹਾਡੇ ਸਾਹਮਣੇ ਸਾਰਾ ਕੁਝ, ਤੇ ਫਿਰ ਜਦੋਂ ਚੋਣਾਂ 'ਚ ਨਹੀਂ ਉਹ ਧੱਕੇ ਹੋਣਗੇ, ਇੱਕ ਵਾਰੀ ਡਿਕਲੇਅਰ ਕਰ ਦੋ, ਬਾਅਦ 'ਚ ਦੇਖ ਲਾਂਗੇ। ਇਹੀ ਹੋਊਗਾ ਨਾ। ਇਹ ਵੀ ਗੱਲ ਮੈਂ ਨਾਲ ਦੱਸ ਦਿਆਂ ਕਿ ਜੇ ਉਹ ਆ ਜਾਂਦੇ ਆ ਤੇ ਫਿਰ ਜੋ ਸੰਕਟ ਅਗਲੇ 5 ਸਾਲਾਂ 'ਚ ਦੇਸ਼ ਦੇ ਉੱਤੇ ਆਉਣ ਵਾਲਾ, ਉਹ ਇਹਨਾਂ ਕੋਲ ਨਹੀਂ ਸਾਂਭਿਆ ਜਾਣਾ। ਇਹ ਦੇਸ਼ ਨੂੰ ਸਿਵਲ ਵਾਰ ਵਾਲੀ ਸਿਚੁਏਸ਼ਨ 'ਚ, ਗ੍ਰਹਿ ਯੁੱਧ ਦੀ ਵਾਲੀ ਸਿਚੁਏਸ਼ਨ 'ਚ ਧੱਕ ਰਹੇ ਹੋਵਾਂਗੇ। ਇਹ ਕਾਫੀ ਚਿੰਤਾਜਨਕ ਗੱਲਾਂ, ਤੇ ਅੱਜ ਤੋਂ ਇਹਨੂੰ ਸਾਨੂੰ ਸਾਂਭਣ ਦੀ ਲੋੜ ਹੈਗੀ। ਵੈਸੇ ਇੱਕ ਵਾਰ ਫਿਰ ਮੈਂ ਪੰਜਾਬ ਦੇ ਮੁੱਦਿਆਂ ਤੇ ਆਵਾਂ। ਇਹ ਕਹਿ ਦਿੰਦੇ ਨੇ ਕਿ ਪੰਜਾਬ ਪਿੰਡਾਂ ਦੇ ਵਿੱਚ ਵੱਸਦਾ, ਪਰ ਪਿੰਡਾਂ ਦੇ ਲੋਕ ਵਿਚਾਰੇ ਧਰਨਿਆਂ ਦੇ ਉੱਤੇ ਲਗਾਤਾਰ ਕਈ ਫਰੰਟ ਤੋਂ ਮੋਰਚੇ ਖੋਲੇ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ। ਜ਼ੀਰੇ ਵਾਲੀ ਫੈਕਟਰੀ ਦਾ ਆਪਾਂ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ, ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ, ਮਹੀਨੇ ਤੋਂ ਉੱਤੇ ਹੋ ਚੁੱਕਿਆ ਉਹਨਾਂ ਨੂੰ। ਸਾਰੇ ਕਈ ਨਾਲ ਦੇ ਪਿੰਡਾਂ ਦੇ ਲੋਕ ਆ ਕੇ ਉੱਥੇ ਬਹਿ ਰਹੇ ਨੇ ਕਿ ਸਾਡਾ ਪਾਣੀ ਪਲੀਤ ਕਰਤਾ। ਹੁਣ ਇੱਕ ਹੋਰ ਅਹਿਮ ਖਬਰ ਜਿਹੜੀ ਚਰਚਾ 'ਚ ਕਿ ਕਾਲਾ ਸੰਘਿਆ ਜਿਹੜਾ ਡਰੇਨ ਆ, ਉਹਨੂੰ ਲੈ ਕੇ ਕਿ ਸੀਚੇਵਾਲ ਸਾਹਿਬ ਕਿਸੇ ਵੇਲੇ ਤਾਂ ਉਸ ਮਸਲੇ ਦੇ ਉੱਤੇ ਸਰਕਾਰਾਂ ਨੂੰ ਘੇਰਦੇ ਰਹੇ ਨੇ, ਤੇ ਅੱਜ ਕੀ ਗੱਲ ਹੋ ਗਈ? ਅੱਜ ਕਿਉਂ ਚੁੱਪ ਵੱਟ ਗਏ ਇਸ ਮਸਲੇ ਦੇ ਉੱਤੇ? ਕਿਸਾਨ ਫੇਰ ਆ ਗਏ ਸੜਕਾਂ ਤੇ, ਕਹਿੰਦੇ ਪਾਣੀ ਪ੍ਰਦੂਸ਼ਿਤ ਕਰ ਰਹੇ ਹੋ, ਇੱਕਾ ਦੁੱਕਾ ਥਾਵਾਂ ਤੇ ਹੋਰ ਚੱਲ ਰਹੇ ਨੇ ਇਦਾਂ ਦੇ ਧਰਨੇ। ਪੰਜਾਬ 'ਚ ਜਿਹੜੀ ਬਹੁਤ ਚੰਗੀ ਗੱਲ ਹੋਈ ਮੈਂ ਕਹੂੰਗਾ ਕਿ ਕਿਸਾਨ ਵੀਰਾਂ ਨੇ, ਹਾਲਾਂਕਿ ਕਿਸਾਨਾਂ ਤੋਂ ਬਹੁਤ ਸਾਰੇ ਇੰਟੈਲੈਕਚੁਅਲ ਹੈ, ਇੰਨੀ ਉਮੀਦਾਂ ਨਹੀਂ ਸੀ ਕਦੀ ਕਰਦੇ, ਪਰ ਜੋ ਪੰਜਾਬ ਦੇ ਕਿਸਾਨਾਂ ਨੇ ਦੁਨੀਆ ਨੂੰ ਇੱਕ ਮਾਰਗ ਦੱਸ ਦਿੱਤਾ ਸ਼ਾਂਤਮਈ ਤੇ ਇਕੱਠੇ ਦਾ, ਏਕਤਾ ਦਾ, ਉਹ ਇੱਕ ਬੜਾ ਤਕੜਾ ਮਾਡਲ ਆ। ਔਰ ਉਸ ਲੰਬੀ ਟ੍ਰੇਨਿੰਗ ਦੇ ਵਿੱਚ ਜਿਹੜੀ 1.25 ਸਾਲ ਸਿੰਘੂ ਤੇ ਟਿਕਰੀ ਤੇ ਗਾਜ਼ੀਆਬਾਦ ਬਾਰਡਰ ਤੇ ਉਹਨਾਂ ਦੀ ਟ੍ਰੇਨਿੰਗ ਹੋਈ ਆ, ਉਹਦੇ ਅਸਰ ਅੱਜ ਵੀ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ, ਪਿੰਡਾਂ 'ਚ ਵੀ ਹੋਰਨਾਂ ਜਗ੍ਹਾ ਤੇ ਦਿਖ ਰਹੇ। ਕਿਤੇ ਫੈਕਟਰੀ ਲੱਗਣੀ ਹੋਵੇ, ਗਲਤ ਜਗ੍ਹਾ ਲੱਗਦੀ ਆ, ਆਓ ਤੇ ਸਹੀ ਲਾਓ, ਕਿਵੇਂ? ਅਸੀਂ ਨਹੀਂ ਲੱਗਣ ਦਿੰਦੇ, ਰੋਕਦੇ ਆ। ਇਸੇ ਤਰੀਕੇ ਨਾਲ ਆ ਜਿਹੜੀ ਆ ਤਿੰਨਾਂ ਪਿੰਡਾਂ ਦੇ ਵਿੱਚ 1000 ਏਕੜ ਟੈਕਸਟਾਈਲ ਉਧਰੋਂ ਮੱਤੇਵਾੜਾ 'ਚੋਂ ਭਜਾਏ, ਸਰਕਾਰ ਭਜਾਈ। ਫਿਰ ਇਹ 3 ਪਿੰਡਾਂ 'ਚ ਫਤਿਹਗੜ੍ਹ ਦੇ ਸਾਹਿਬ 'ਚ ਆ ਗਏ, ਉਹਨਾਂ ਨੇ ਰੈਜ਼ੋਲੂਸ਼ਨ। ਮੈਂ ਅੱਜ ਹੀ ਇੱਕ ਹੋਰ ਵੀਡੀਓ, ਮੁੰਡਾ ਜਿਹੜਾ ਉੱਥੇ ਇੰਟਰਵਿਊ ਕਰਕੇ ਆਇਆ, ਉਹ ਮੈਨੂੰ ਸੁਣਾ ਰਿਹਾ ਸੀਗਾ, ਤਾਂ ਉਹ ਉੱਥੇ ਵੀ ਉਹ ਲੋਕ ਡਟੇ ਹੋਏ, ਉਹ ਕਹਿੰਦੇ ਅਸੀਂ ਤੇ ਇੱਥੇ ਜ਼ਮੀਨਾਂ ਤੇ ਕਬਜ਼ੇ 2-2 ਏਕੜਾਂ ਤੇ, ਅਸੀਂ ਉੱਥੋਂ ਬਾਹਰ 'ਚੋਂ ਉੱਜੜ ਕੇ ਆਏ ਹੋਏ ਆ, ਅਸੀਂ ਆਪਣੇ ਕਿੱਥੇ ਜਾਈਏ, ਸਾਨੂੰ ਭਖੜਾ ਦੇ ਦਿਓ ਮੂੰਹ 'ਚ। ਮੈਂ ਜੋੜਦਾ, ਸ਼ਾਇਦ ਮੈਂ ਕਿਤੇ ਭੁੱਲ ਨਾ ਜਾਵਾਂ, ਕਿ ਉਹ 5000 ਏਕੜ ਜ਼ਮੀਨ ਦਾ ਵੀ ਕਾਫੀ ਹੁਣ ਚਰਚਾ ਚੱਲ ਰਹੀ ਹੈ, ਕਹਿੰਦੇ ਕੇਂਦਰ ਨੂੰ ਦੇਣੀ ਹੈ, ਪੰਜਾਬ 'ਚ ਕੋਈ ਪ੍ਰੋਜੈਕਟ ਲਾਣਾ। ਮੈਂ ਇਹੀ ਤੇ ਗੱਲ ਕਹਿ ਰਿਹਾ ਨਾ, ਕਈ ਜਾਂਦੇ ਤੁਰੇ ਜਾਂਦੇ ਆ ਵੀ ਤੁਸੀਂ ਪਹਿਲਾਂ ਲੋਕਾਂ ਨੂੰ ਤੇ ਸ਼ਾਂਤ ਕਰੋ। ਲੋਕਾਂ ਨੂੰ ਤਾਂ ਸਮਝਦੇ ਕੋਈ ਨਹੀਂ। ਜੇ ਆਮ ਆਦਮੀ ਪਾਰਟੀ ਕੁਝ ਨਹੀਂ ਲੋਕਾਂ ਨੂੰ ਸਮਝਦੀ, ਕੌਣ ਸਮਝੂਗੀ? ਵੀ ਕਾਂਗਰਸ ਸਮਝੂਗੀ ਜਾਂ ਹੋਰ ਕੋਈ ਪਾਰਟੀ ਸਮਝੂ, ਬੀਜੇਪੀ ਸਮਝੂਗੀ? ਸਾਡਾ ਦੁੱਖ ਇਹ ਹੈ ਕਿ ਜਿਹੜਾ ਵੀ ਪ੍ਰੋਜੈਕਟ ਲਾਉਣਾ, ਜਿੱਥੇ ਵੀ ਲਾਉਣਾ, ਇਹ ਤੇ ਕਾਨੂੰਨ ਵੀ ਹੈਗਾ ਕਿ ਜੇ ਲੋਕਾਂ ਦੀ ਲੈਂਡ ਅਕਵਾਇਰ ਕਰਨੀ ਹੈ ਕਿਸੇ ਵੀ ਕਿਸਮ ਦੀ, ਤੇ 80% ਲੋਕਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ। ਬੀਜੇਪੀ ਨੇ ਲਿਆ ਕੇ ਉਹਨੂੰ ਮੁੜ ਕੇ 2014 ਚ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਨੂੰ ਇੰਨਾ ਨਹੀਂ ਪਤਾ ਕਿ ਘੱਟ ਹੋਈ ਜਾਂ ਕਿ ਨਹੀਂ ਹੋਈ, ਪਰ ਇਹ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਇਹ ਸੀਗਾ ਕਿ ਜਿੱਥੇ ਜ਼ਮੀਨ ਲੈਣੀ ਪਹਿਲਾਂ ਕਿਸਾਨਾਂ ਦੀ ਤੇ ਸਹਿਮਤੀ ਆਵੇ। ਜਿੱਥੇ ਤੁਸੀਂ ਸੜਕ ਕੱਢਣੀ ਆ, ਉਹਦੀ ਇੱਕ ਜੀਵਨ ਰੇਖਾ ਹੈ, ਜ਼ਮੀਨ ਜਿਹੜੀ ਆ ਉਹਦਾ ਇੱਕ ਪੂਰਾ ਅਸਤਿਤਵ ਹੈ ਕਿਸਾਨ ਦਾ। ਨਾ ਉਹਦੇ ਕੁੜੀਆਂ ਦੇ ਰਿਸ਼ਤੇ ਹੋਣ, ਨਾ ਉਹਨੂੰ ਕੋਈ ਪੁੱਛੇ, ਨਾ ਉਹਦਾ ਸਮਾਜ ਦੇ ਵਿੱਚ ਕੋਈ ਸਟੇਟਸ ਰਹੇ। ਇਹ ਇਕੱਲਾ ਰੁਜ਼ਗਾਰ ਥੋੜੀ ਆ, ਉਹਦਾ ਆਮਦਨ ਦਾ ਸਾਧਨ ਥੋੜੀ ਆ। ਜ਼ਮੀਨ ਜਿਹੜੀ ਹੁੰਦੀ ਉਹਦੀ ਜਾਨ ਹੁੰਦੀ ਹੈ, ਉਹਦਾ ਅਸਤਿਤਵ ਹੋਂਦ ਹੁੰਦੀ ਹੈ। ਇਹ ਇਹਨਾਂ ਲੋਕਾਂ ਨੂੰ, ਪੈਸਿਆਂ ਨੂੰ, ਵਪਾਰੀ ਵਾਲਿਆਂ ਨੂੰ, ਵਪਾਰੀਆਂ ਨੂੰ, ਜਿਹੜੇ ਬਿਜ਼ਨਸਮੈਨ ਵਪਾਰੀ ਅੱਜ ਪਾਰਟੀਆਂ 'ਚ ਚਲੇ ਗਏ, ਉਹ ਵੀ ਵਪਾਰੀ ਆ, ਉਹ ਰਾਜਨੀਤੀ ਦੇ ਵਪਾਰੀ ਆ। ਉਹਨਾਂ ਨੂੰ ਇਹ ਗੱਲਾਂ ਨਹੀਂ ਸਮਝ ਪੈਂਦੀਆਂ ਹੈਗੀਆਂ। ਇਸ ਲਈ ਜਿਹੜੀ ਲੋਕ ਨੀਤੀ ਦੇ ਆਧਾਰ ਦੇ ਉੱਤੇ ਜੇ ਦੇਖਿਆ ਜਾਏ, ਤੇ ਜਾਂ ਆਮ ਆਦਮੀ ਦੀ ਰਾਜਨੀਤੀ ਦੇ ਪੱਖ ਤੋਂ ਦੇਖਣਾ ਹੋਵੇ, ਤਾਂ ਪਹਿਲਾਂ ਲੋਕਾਂ ਨੂੰ ਭਰੋਸੇ ਚਲਾਓ ਤਾਂ ਕਿ ਬਾਅਦ ਵਿੱਚ ਕੋਈ ਰੌਲਾ ਨਾ ਪਏ। ਉਦੋਂ ਬਾਅਦ ਬਿਊਰੋਕਰੇਟ ਨੂੰ, ਉਦੋਂ ਬਾਅਦ ਸਾਰੇ ਕਿਸੇ ਨੂੰ, ਥੱਲਿਓਂ ਚੱਲੋ ਉੱਪਰ। ਜੇ ਲੋਕ ਹੀ ਨਹੀਂ ਤਿਆਰ, ਤੁਸੀਂ ਉੱਪਰੋਂ ਫੈਸਲੇ ਕਰਕੇ ਉਹਨੂੰ ਐਕਸਪਰਟ ਬੁਲਾ ਕੇ ਬੁਲਾ ਦਿਓ, ਤੇ ਫਿਰ ਥੱਲਿਓਂ ਤੇ ਡੰਡੇ ਚੱਕਣੇ ਹੀ ਆ ਲੋਕਾਂ ਨੇ, ਉਹ ਲਾਗੂ ਨਹੀਂ ਹੋਊਗਾ। ਪੰਜਾਬ 'ਚ ਨਹੀਂ ਹੋਣ ਦੇਣਗੇ, ਜਿਵੇਂ ਮੈਂ ਕਿਸਾਨ ਤੁਹਾਨੂੰ ਕਹਿ ਦਿੱਤਾ। ਇਹ ਜਿਹੜੀ 5000 ਵਾਲੀ ਆ, ਉਹ ਤੇ ਕਹਿੰਦੇ ਉੱਥੇ ਕੋਈ ਪਰਾਲੀ ਨੂੰ ਗਾਲਣ ਵਾਲੀ ਚੀਜ਼ ਲਿਆਂਦੀ ਹੈ। 5000 ਏਕੜ ਥੋੜਾ ਹੁੰਦਾ, 5-6 ਪਿੰਡਾਂ ਦੀ ਜ਼ਮੀਨ ਬਣਦੀ ਹੈ। ਉਹ ਹੁਣ ਪਤਾ ਨਹੀਂ ਕਿੱਥੋਂ ਕਿੱਥੇ ਕਰਨਾ। ਸਟੇਟਮੈਂਟ ਤੇ ਇੱਕ ਦਿਨ ਫੱਟ ਦੇਣੀ ਦੇ ਦਿੰਦੇ, ਰਾਤ ਨੂੰ ਕੋਈ ਸੁਪਨਾ ਵੀ ਆ ਜਾਏ ਨਾ, ਉਂਝ ਹੀ ਸਟੇਟਮੈਂਟ ਅਗਲੇ ਦਿਨ ਦੇ ਦਿੰਦੇ, ਮਗਰੋਂ ਭਾਵੇਂ ਅਗਲੇ ਦਿਨ ਕਹਿਣਾ ਪਏ ਯਾਰ ਮੈਨੂੰ ਤੇ ਅਸਲੀ ਲੱਗਦਾ ਸੀ, ਉਹ ਸੀਗਾ ਤੇ ਸੁਪਨਾ ਹੀ।
ਦੇਣੀ ਜ਼ਰੂਰ ਹੈ, ਪ੍ਰੈਸ ਕਾਨਫਰੰਸ ਵੀ ਕਰ ਦਿੰਦੇ। ਇਹ ਬੜਾ ਬਚਗਾਨਾ ਕੰਮ ਆ, ਬਹੁਤ ਹੀ ਮੈਨੂੰ ਲੱਗਦਾ ਇਮੈਚੁਰ ਲੋਕਾਂ ਦਾ ਜਿਸ ਤਰ੍ਹਾਂ ਪੋਲਿਟਿਕਸ ਵਿੱਚ ਆਉਣਾ। ਫਿਰ ਉਹਨੂੰ ਬਾਅਦ ਵਿੱਚ ਯੂ ਟਰਨ ਪੈ ਜਾਂਦਾ, ਜੇ ਯੂ ਟਰਨ ਨਾ ਮਾਰਨ ਤੇ ਉਧਰੋਂ ਕੋਰਟ ਜਿਹੜੀ ਉਹਨੂੰ ਉਹਨਾਂ ਨੂੰ ਡੰਡਾ ਮਾਰ ਦਿੰਦੀ ਹੈ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕੰਮ ਕਰੋ ਪਹਿਲਾਂ। ਹੁਣ 5000 ਏਕੜ ਦਾ ਬਿਲਕੁਲ ਰੌਲਾ ਪਾਓ, 5000 ਏਕੜ ਕਿੱਥੇ ਜ਼ਮੀਨ ਇਕੱਠਾ ਇੱਕ ਚੱਕ ਜਿਹੜਾ ਉੱਥੇ ਲੈਣਾ। ਜੇ ਤੁਸੀਂ ਅਲੱਗ-ਅਲੱਗ ਜਗ੍ਹਾ ਤੇ 50-50 ਏਕੜ ਕਿਤੇ 10-10 20-20 ਏਕੜ ਤੇ ਕਰਨਾ ਆ, ਉਹ ਗੱਲ ਅਲੱਗ ਹੈਗੀ ਆ। ਅਜੇ ਸਾਨੂੰ ਉਹ ਸਮਝ ਨਹੀਂ ਹੈਗੀ ਕਿ ਇਹ, ਮੈਨੂੰ ਨਹੀਂ ਲੱਗਦਾ ਕਿ 5000 ਏਕੜ ਇੱਕ ਜਗ੍ਹਾ ਤੇ ਸਾਰੀ ਜ਼ਮੀਨ ਹੋਊਗੀ। ਸਾਰੀ ਪੰਜਾਬ ਦੀ ਪਰਾਲੀ ਇੱਕ ਜਗ੍ਹਾ ਤੇ ਇਕੱਠੀ ਥੋੜੀ ਕਰਨਗੇ। ਜੇ ਉਹ ਅਲੱਗ-ਅਲੱਗ ਜਗ੍ਹਾ ਤੇ ਛੋਟੇ-ਛੋਟੇ ਚੀਜ਼ਾਂ ਬਣਾ ਕੇ ਉੱਥੇ ਪਰਾਲੀ ਨੂੰ ਇਕੱਠਿਆਂ ਕਰਕੇ ਗਾਲਦੇ ਆ ਜਾਂ ਖਾਦ ਬਣਾਉਂਦੇ ਆ, ਉਹ ਵੈਲਕਮ ਹੈਗਾ। ਪਰ ਇਹਨਾਂ ਨਾ ਕਰਨ ਕਿ ਪਿਛਲੀ ਵਾਰੀ ਉਹ ਕੈਪਸੂਲ ਜੇ 40000 ਰੁਪਏ ਦੇ ਖਰੀਦੇ ਸੀ ਸ਼ਾਇਦ, ਤੇ ਉਹ ਵੰਡਣ ਤੇ ਪਤਾ ਨਹੀਂ 70-80 ਲੱਖ ਜਾਂ ਕਿੰਨੇ ਕੁ ਮੈਨੂੰ ਐਗਜ਼ੈਕਟ ਯਾਦ ਨਹੀਂ, ਲਾਤਾ ਯੂਪੀ ਹਰਿਆਣੇ ਤੇ ਪੰਜਾਬ 'ਚ ਵੰਡ ਕੇ ਟਰਾਇਲ ਕੀਤਾ ਸੀ। ਉਹਦੀ ਐਡਵਰਟਾਈਜ਼ਮੈਂਟ ਤੇ ਅਸੀਂ ਟੀਵੀਆਂ 'ਚ ਵੀ ਕਿਹਾ ਸੀ, ਕੇਜਰੀਵਾਲ ਨੇ 15 ਕਰੋੜ ਰੁਪਏ ਤੇ 40000 ਦੇ ਕੈਪਸੂਲਾਂ ਤੇ 15 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਕਰਤੀ ਸੀ। ਕਰਤਾ ਪਰਾਲੀ ਦਾ ਹੱਲ ਆ ਹੋ ਗਿਆ। ਤੂੰ ਉੱਥੇ ਦਿੱਲੀ ਵਾਲਿਆਂ ਨੇ ਵੀ ਖੁਸ਼ ਕਰ ਰਿਹਾ ਸੀ, ਪੰਜਾਬ ਵਾਲਿਆਂ ਨੇ ਵੀ ਤੇ ਹਰਿਆਣੇ ਵਾਲਿਆਂ ਨੂੰ ਵੀ, ਕਿਉਂਕਿ ਉਹਨਾਂ ਨਾਲ ਹੀ ਪਰਾਲੀ ਦਾ ਧੂਏ ਦਾ ਮਾਮਲਾ। ਇਹ ਜਿਹੜੇ ਢੰਡੋਰ 'ਚ ਹੀ ਆ ਗਏ ਆ ਨਾ, ਬੜੇ ਤਮਾਸ਼ਬੀਨ ਆ ਗਏ ਪੋਲਿਟਿਕਸ ਦੇ ਵਿੱਚ। ਇਹਨਾਂ ਤੋਂ ਵੀ ਬਚਣ ਦੀ ਬੜੀ ਲੋੜ ਹੈ ਤੇ ਇਹਨਾਂ ਨੂੰ ਕੰਟੇਨ ਕਰਨ ਦੀ ਵੀ ਲੋੜ ਹੈ, ਰੋਕਣ ਦੀ ਵੀ ਲੋੜ ਹੈ। ਵੀ ਬਸ ਕਰੋ ਯਾਰ, ਬੜਾ ਭੱਡੀ ਪ੍ਰਚਾਰ ਹੋ ਗਿਆ, ਭੰਡ ਘੱਟ ਬਣੋ ਔਰ ਤੁਸੀਂ ਸੀਰੀਅਸ ਲੋਕਾਂ ਦੇ ਮਾਮਲਿਆਂ ਤੇ ਸੀਰੀਅਸ ਪੋਲੀਟੀਸ਼ੀਅਨ ਵਾਂਗੂ ਵਿਚਰੋ। ਪਹਿਲਾਂ ਕੰਮ ਕਰੋ, ਫਿਰ ਪ੍ਰੈਸ ਕਾਨਫਰੰਸ ਕਰੋ। ਇਹ ਨਹੀਂ ਕਿ ਪਹਿਲਾਂ ਸਟੇਟਮੈਂਟ ਦੇ ਦਿਓ, ਉਦੋਂ ਬਾਅਦ ਫਿਰ ਇੱਕ ਹੋਰ ਸਟੇਟਮੈਂਟ ਦੇ ਦਿਓ, ਫਿਰ ਥੋੜਾ ਜਿਹਾ ਰੌਲਾ ਪੈ ਜੇ ਫਿਰ ਉਹਦੀ ਕਲੈਰੀਫਿਕੇਸ਼ਨ ਦੇ ਦਿਓ, ਤੇ ਕੰਮ ਅਜੇ ਸ਼ੁਰੂ ਨਹੀਂ ਹੋਇਆ ਹੁੰਦਾ। ਇਹ ਕੰਮ ਜਿਹੜਾ ਬੰਦ ਹੋਣਾ ਚਾਹੀਦਾ। ਇਹ ਤੇ ਐਵੇਂ ਹਵਾ ਦੇ ਵਿੱਚ ਉਲਟਬਾਜ਼ੀਆਂ ਮਾਰੀ ਜਾਣ ਦੀ ਵਾਲੀ ਗੱਲ ਆ, ਜਿਮਨਾਸਟਿਕ ਕਰਨ ਵਾਲੀ ਗੱਲ ਆ। ਧਰਾਤਲ ਤੇ ਕੁਝ ਵੀ ਲੋਕਾਂ ਨੂੰ ਦੇਖ ਨਹੀਂ ਰਿਹਾ, ਔਰ ਧਰਾਤਲ ਦੇ ਉੱਤੇ ਲੋਕਾਂ ਦੀ ਨਿਰਾਸ਼ਾ ਤੇ ਗੁੱਸਾ ਵੀ ਦਿਨ ਬ ਦਿਨ ਵੱਧ ਰਿਹਾ। ਇਹ ਸਾਡੀ ਹੁਣ ਵਾਲੀ ਪੰਜਾਬ ਦੀ ਸਰਕਾਰ ਨੂੰ ਇੱਕ ਕਮਿਊਨੀਕੇਸ਼ਨ ਦੇ ਤੌਰ ਤੇ, ਮੈਸੇਜ ਦੇ ਤੌਰ ਤੇ ਲੈਣਾ ਚਾਹੀਦਾ। 2008 ਤੇ 2011 ਦੇ ਵਿੱਚ ਸੀਚੇਵਾਲ ਸਾਹਿਬ ਨੇ ਕਾਲਾ ਸਿੰਘਾ ਡਰੇਨ ਦੇ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਉੱਥੇ ਬੰਨ ਮਾਰਿਆ ਸੀਗਾ। ਹੁਣ ਫਿਰ ਇਸ ਕਰਕੇ ਸੜਕਾਂ ਦੇ ਨੇ ਕਿ ਭਾਈ ਨਾ ਤਾਂ ਉਦੋਂ ਸੁਣਵਾਈ ਹੋਈ, ਹੁਣ ਤੁਸੀਂ ਆ ਗਏ ਸਰਕਾਰ ਦੇ ਵਿੱਚ ਹੋ ਤੇ ਹੁਣ ਸੁਣਵਾਈ ਕਰ ਦਿਓ। ਜੇ ਹੁਣ ਵੀ ਨਹੀਂ ਹੁੰਦੀ ਫਿਰ ਅਲਟੀਮੇਟਮ ਦਿੱਤਾ ਹੋਇਆ ਉਹਨਾਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਏਗਾ। ਨਹੀਂ ਤੇ ਫਿਰ ਪੰਜਾਬ ਦੇ ਪਾਣੀਆਂ ਨੂੰ ਪਲੀਤ ਜਿਹੜੇ ਕਰਦੇ ਨੇ ਉਹਨਾਂ ਨੂੰ ਸਜ਼ਾ ਲੋਕ ਜਿਵੇਂ ਪਹਿਲਾਂ ਦਿੰਦੇ ਰਹੇ ਨੇ ਗਾਹ ਵੀ ਦੇ ਦੇਣਗੇ। ਉਸ ਤਰੀਕੇ ਦੀ ਸਿਆਸੀ ਤੌਰ ਦੇ ਉੱਤੇ ਸਜ਼ਾ ਹੁੰਦੀ ਹੈ ਕਿ ਤੁਹਾਡੀ ਸਿਆਸਤ ਦੀ ਕੁਰਸੀ ਥੱਲੋਂ ਖਿਸਕ ਜੇ ਤੇ ਫਿਰ ਬੈਠੇ ਰਹੋ, ਤੁਸੀਂ ਦੇਖਦੇ ਰਹੋ, ਵਿਰੋਧੀ ਧਿਰਾਂ ਦੇ ਵਿੱਚ ਡਾਂਗਾ ਖਾਂਦੇ ਰਹੋ। ਜੀ ਸੁਖਵਿੰਦਰ, ਬਲਬੀਰ ਸਿੰਘ ਸੀਚੇਵਾਲ ਦਾ ਜਿਹੜਾ ਸਾਰਾ ਅਕਸ਼ ਹੈਗਾ ਜਾਂ ਉਹਨਾਂ ਦੀ ਐਗਜ਼ਿਸਟੈਂਸ ਹੈਗੀ ਹੈ, ਉਹ ਵਾਤਾਵਰਣ ਪ੍ਰੇਮੀ ਦੇ ਤੌਰ ਤੇ ਆ। ਤੇ ਉਹ ਵੀ ਇੱਕ ਜਿਸ ਤਰ੍ਹਾਂ ਸਾਧੂ ਬੰਦਾ ਇੱਕ ਵਾਤਾਵਰਣ ਪ੍ਰੇਮੀ ਹੁੰਦਾ, ਤੇ ਉਹਦੇ 'ਚ ਹੀ ਉਹ ਵਿਯੋਗ 'ਚ ਸਾਧੂ ਬਣ ਗਿਆ ਹੋਵੇ, ਵਾਤਾਵਰਣ ਨੂੰ ਪਿਆਰ ਕਰਦਾ ਇਸ ਕਿਸਮ ਦਾ ਹੈਗਾ। ਤੁਸੀਂ ਉਹਨਾਂ ਦਾ ਬਾਣਾ ਦੇਖਦੇ ਹੈਗੇ। ਲੋਕਾਂ ਨੇ ਜਾਂ ਪਾਰਟੀ ਨੇ ਕਹਿ ਲਓ ਪਾਰਲੀਮੈਂਟ 'ਚ ਇਸ ਕਰਕੇ ਭੇਜਿਆ ਕਿ ਸਾਡੇ ਕੋਲ ਇੱਕ ਬਹੁਤ ਜਿਨ੍ਹਾਂ ਕੋਲ ਵਾਤਾਵਰਣ ਦਾ ਗੁਰਜ ਹੈਗਾ, ਉਹ ਅਸੀਂ ਪਾਰਲੀਮੈਂਟ 'ਚ ਭੇਜਿਆ। ਜੇ ਹੁਣ ਉਹਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੀ ਤੁਸੀਂ 2 ਵਾਰੀ ਇਹ ਖਬਰ ਲਿਆਂਦੀ ਮੇਰੀ ਨਿਗਾਹ 'ਚੋਂ ਪਹਿਲਾਂ ਨਿਕਲ ਗਈ, ਜੇ ਉਹਨਾਂ ਦੇ ਹੁੰਦਿਆਂ ਹੋਇਆਂ ਔਰ ਜਿੱਥੇ ਉਹਨਾਂ ਨੇ ਪਹਿਲਾਂ ਵੀ ਕੰਮ ਕੀਤਾ, ਲੋਕਾਂ ਨੂੰ ਮੋਰਚੇ ਲਾਉਣੇ ਪੈਣ, ਕਿਸਾਨਾਂ ਨੂੰ ਧਮਕੀਆਂ ਦੇਣੀਆਂ ਪੈਣ, ਕਿਸਾਨਾਂ ਨੂੰ ਨੋਟਿਸ ਦੇਣੇ ਪੈਣ, ਫਿਰ ਅਫਸੋਸ ਵਾਲੀ ਗੱਲ ਹੈ। ਇਹਦਾ ਸਭ ਤੋਂ ਜ਼ਿਆਦਾ ਜੇ ਕੰਮ ਹੋਊਗਾ ਤੇ ਸ਼੍ਰੇਅ ਵੀ ਸੀਚੇਵਾਲ ਨੂੰ ਜਾਊਗਾ, ਤੇ ਜੇ ਕੰਮ ਨਾ ਹੋਇਆ, ਕਿਉਂਕਿ ਮਹਿਕਮਾ ਉਹਨਾਂ ਦਾ, ਲੋਕੀ ਉਮੀਦ ਉਹਨਾਂ ਤੋਂ ਕਰਦੇ ਆ, ਕਿਉਂਕਿ ਲੀਡ ਉਹ ਕਰਦੇ ਇਹੋ ਜਿਹੇ ਕੰਮਾਂ ਨੂੰ, ਤਾਂ ਫਿਰ ਸਭ ਤੋਂ ਜ਼ਿਆਦਾ ਨੁਕਸਾਨ ਵੀ ਕਿਸੇ ਦੇ ਅਕਸ਼ ਨੂੰ ਹੋਊਗਾ ਤਾਂ ਉਹ ਸੀਚੇਵਾਲ ਨੂੰ ਹੋਊਗਾ। ਮੇਰਾ ਖਿਆਲ ਹੈ ਕਿ ਸਰਕਾਰ 'ਚ ਹੁੰਦਿਆਂ ਹੋਇਆਂ, ਸਰਕਾਰ 'ਚ ਆ ਹੁਣ ਉਹ MP ਹੈਗੇ, ਮੈਂਬਰ ਪਾਰਲੀਮੈਂਟ ਹੈ, ਉਹਨਾਂ ਕੋਲ ਕਾਫੀ ਸ਼ਕਤੀ ਹੈਗੀ, ਉਹਨਾਂ ਕੋਲ ਕਾਫੀ ਵੱਡਾ ਫੰਡ ਵੀ ਆਉਂਦਾ MP ਨੂੰ। ਉਹ ਜਿਹੜਾ ਫੰਡ ਆਉਂਦਾ MP ਲੈਡ ਫੰਡ ਜਿਹੜਾ, ਉਹ ਲੈ ਕੇ ਲੋਕਲ ਏਰੀਆ ਡਿਵੈਲਪਮੈਂਟ ਦਾ ਫੰਡ ਹੁੰਦਾ, ਉੱਥੇ ਕੁਝ ਕਰਨ ਤੇ ਮੇਰਾ ਖਿਆਲ ਆ ਕਿ ਉਹਦੀ ਜਿਹੜੀ ਮਹਿਮਾ, ਉਹ ਜਿਹੜੀ ਲੋਕਾਂ ਦੀ ਖੁਸ਼ੀ ਹੈ, ਉਹ ਸਾਨੂੰ ਦੇਖਣ ਨੂੰ ਮਿਲੂਗੀ। ਤੇ ਇਸ ਗੱਲ ਦਾ ਸ਼੍ਰੇਅ ਜਿਹੜਾ ਸਾਰਾ ਉਹ ਸੀਚੇਵਾਲ ਹੋਣਾ ਨੂੰ ਮਿਲੂਗਾ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਗੱਲ ਦਾ ਨੋਟਿਸ ਲੈ ਕੇ ਉੱਥੇ ਲੋਕਾਂ ਨੂੰ ਮਿਲਣ ਜਾਂ ਲੋਕਾਂ ਨੂੰ ਬੁਲਾ ਲੈਣ। ਲੋਕ ਆ ਜਾਣਗੇ ਸੀਚੇਵਾਲ ਨੂੰ, ਸਾਰਾ ਉੱਥੇ ਜਾਣੇ ਪਛਾਣੀ ਹਸਤੀ ਹੈਗੀ ਆ। ਪਰ ਇਹ ਗੱਲ ਸੁਣ ਕੇ ਦੁੱਖ ਹੁੰਦਾ ਕਿ ਉਹਨਾਂ ਦੇ ਏਰੀਏ ਦੇ ਵਿੱਚ ਇਹੋ ਜਿਹਾ ਤੂਫਾਨ ਦੀਆਂ ਲੋਕਾਂ ਵੱਲੋਂ ਚੁਣੌਤੀਆਂ ਦਿੱਤੀਆਂ ਜਾਣ। ਪ੍ਰੋਫੈਸਰ ਸਾਹਿਬ, ਆਖਰੀ ਖਬਰ ਪੰਥਕ ਮਸਲਿਆਂ ਦੇ ਉੱਤੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਕਹਿੰਦੇ ਨੇ ਕਿ ਗੋਲਕਾਂ ਨੂੰ ਲੁੱਟਣ ਵੱਲ ਧਿਆਨ ਹੋ ਰਿਹਾ, ਤੇ ਫਿਰ ਪੰਥ ਦੀ ਗੱਲ, ਪੰਥ ਦੀ ਏਕਤਾ ਦੀ ਗੱਲ, ਜਥੇਬੰਦੀਆਂ ਨੂੰ ਇੱਕ ਮੰਚ ਤੇ ਲਿਆਉਣ ਦੀ ਗੱਲ, ਉਹਦੇ ਉੱਤੇ ਵੀ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਸਵਾਲ ਤਾਂ ਬੜੇ ਚੁੱਕਦੇ ਹੋ, ਪਰ ਜੇ ਤੁਸੀਂ ਪਿੱਛੋਂ ਸਫਾਈ ਕਰਨੀ ਸ਼ੁਰੂ ਕਰੋ, ਘੱਟੋ ਘੱਟ ਜਿਹੜਾ ਮੁਆਫੀਨਾਮਾ ਰਾਮ ਰਹੀਮ ਨੂੰ ਦਿੱਤਾ ਸੀ ਉੱਥੋਂ ਹੀ ਸ਼ੁਰੂ ਕਰ ਦਿਓ, ਤੇ ਤਾਂ ਲੋਕੀ ਯਕੀਨ ਮੰਨਣ ਕਿ ਵਾਕਈ ਜਥੇਦਾਰ ਸਾਹਿਬ ਕੁਝ ਕਰਨ ਲੱਗੇ ਨੇ। ਦੇਖੋ, ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇਸ ਗੱਲੋਂ ਤੇ ਮੈਂ ਦਾਤ ਦਿੰਦਾ, ਉਹਨਾਂ ਦੀ ਹਿੰਮਤ ਦੀ, ਕਿ ਉਹਨਾਂ ਨੇ ਸੱਚ ਬੋਲਣ ਦੀ ਹਿੰਮਤ ਕੀਤੀ। ਕਿ ਬਹੁਤ ਸਾਰੇ ਬੰਦੇ ਜਿਹੜੇ ਸਿੱਖ ਸੰਸਥਾਨਾਂ 'ਚ ਹੈਗੇ ਆ, ਜਿਹੜੇ ਗੁਰਦੁਆਰਿਆਂ ਦੀ ਸੇਵਾ ਕਰਨ ਦੇ ਨਾਂ ਤੇ ਸਿੱਖ ਇੰਸਟੀਟਿਊਸ਼ਨ ਦੇ ਵਿੱਚ ਹੈਗੇ ਆ, ਉਹਨਾਂ ਦਾ ਧਿਆਨ ਗੋਲਕਾਂ ਵੱਲ ਜ਼ਿਆਦਾ ਤੇ ਸਿੱਖੀ ਦਾ ਪ੍ਰਚਾਰ ਕਰਨ ਵੱਲ ਘੱਟ ਹੈਗਾ। ਤੁਸੀਂ ਇੱਥੋਂ ਆਪਣੇ ਤੌਰ ਤੇ ਸੋਚ ਕੇ ਦੇਖੋ ਕਿ ਇੱਕ ਸਿੱਖੀ ਦੇ ਸਰਵ ਉੱਚਤਮ ਜਿਹੜੇ ਫਾਰਮਲ ਉਸ ਪੋਜੀਸ਼ਨ ਤੇ ਬੈਠੇ ਲੀਡਰ ਸਾਡੇ, ਉਹਨਾਂ ਨੇ ਕਿੰਨਾ ਉਹਨਾਂ ਦੇ ਉੱਤੇ ਦਬਾਅ ਹੋਊ ਤੇ ਅੰਦਰ ਕਿੰਨਾ ਦੁੱਖ ਹੋਊਗਾ ਕਿ ਉਹਨਾਂ ਨੂੰ ਇਹ ਗੱਲ ਪਬਲਿਕਲੀ ਕਹਿਣੀ ਪਈ। ਮੇਰਾ ਖਿਆਲ ਹੈ ਕਿ ਇਹ ਸਾਰੇ ਬੰਦਿਆਂ ਨੂੰ, ਜਿਹੜੇ ਵੀ ਸਾਡੇ ਸਿੱਖੀ ਸਿਸਟਮ ਦੇ ਵਿੱਚ, ਜਾਨੀ ਉਹ SGPC ਹੋਏ ਜਾਂ ਲੋਕਲ SGPC ਹੋਣ, ਭਾਵੇਂ ਉਹ ਹਰਿਆਣੇ ਦੀ ਦਾਦੂਵਾਲ ਦੀ SG ਉੱਥੇ ਦੀ ਬਣਾਈ ਹੋਈ ਉਹਨਾਂ ਨੇ ਅਲੱਗ ਬਣਾਈ ਆ, ਭਾਵੇਂ ਉਹ ਸਰਸੇ ਹੋਣੀ ਜਿਹੜੇ BJP ਦੇ ਨਾਲ ਜਾ ਕੇ ਗੰਢ ਧੁੱਪ ਕਰਕੇ ਬਹਿ ਗਏ, ਉੱਥੇ ਵੀ ਇਹੋ ਹੀ ਆ। ਪਟਨਾ ਸਾਹਿਬ ਦਾ ਰੌਲਾ ਅਲੱਗ ਪਿਆ ਹੋਇਆ। ਇਹ ਸਾਰੀ ਗੱਲ ਉਹਨਾਂ ਨੂੰ ਦਰਦ ਦੇ ਰਹੀ ਹੈ, ਦੁੱਖ ਦੇ ਰਹੀ ਹੈ, ਸਾਨੂੰ ਵੀ ਦਿੰਦੀ ਹੈ। ਪਰ ਸਭ ਤੋਂ ਵੱਧ ਇਸ ਗੱਲ ਦੀ ਜ਼ਿੰਮੇਵਾਰੀ, ਜੇ ਇਹੋ ਜਿਹਾ ਖਲਾਰਾ ਪੈ ਰਿਹਾ, ਤੁਸੀਂ ਦੁਸ਼ਮਣਾਂ ਨੂੰ, ਤੁਸੀਂ ਵਿਰੋਧੀਆਂ ਨੂੰ, ਤੁਸੀਂ ਦੋਖੀਆਂ ਨੂੰ ਨਹੀਂ ਦੇ ਸਕਦੇ ਇਹਦੀ ਜ਼ਿੰਮੇਵਾਰੀ ਕਿ ਉਹਨੇ ਇੰਜ ਕਰਤਾ ਇਸ ਕਰਕੇ ਸਾਡੇ ਨਾਲ ਆ ਗਏ ਜੀ ਸਾਨੂੰ ਮਾਰਨ। ਪਹਿਲਾਂ ਕਿੰਨੇ ਕੁ ਸੀਗੇ ਸੱਚੇ ਬੰਦੇ? ਤੇ ਹਮੇਸ਼ਾ ਥੋੜੇ ਹੁੰਦੇ ਆ। ਕ੍ਰਾਈਸਟ ਕਿੰਨੇ ਸੀਗੇ? ਇਸ ਲਈ ਗੁਰੂ ਨਾਨਕ ਦੇਵ ਜੀ ਕਿੰਨੇ ਕੁ ਸੀਗੇ? ਇਸ ਲਈ ਇਹ ਜਿਹੜੀ ਮਤਲਬ ਗੱਲ ਹੈਗੀ, ਉਹ ਬੰਦੇ ਥੋੜੇ ਹੁੰਦੇ ਆ, ਉਹਨਾਂ ਦੀ ਆਵਾਜ਼ ਇੰਨੀ ਸਰਬ ਸ਼ਕਤੀਮਾਨ ਹੁੰਦੀ ਹੈ, ਉਹ ਸਮਾਨਾਂ ਨੂੰ ਛੂੰਹਦੀ ਹੈ। ਇਸ ਲਈ ਤੁਸੀਂ ਆਪਣੇ ਅੰਦਰ ਨਾ ਤੇ ਇਹੋ ਜਿਹੀ ਲੋਕਾਂ ਦੇ ਵਿੱਚ ਸ਼ਰਧਾ ਪੈਦਾ ਤੇ ਭਰੋਸਾ ਪੈਦਾ ਕਰ ਪਾ ਰਹੇ ਆ, ਤੇ ਨਾ ਹੀ ਤੁਸੀਂ ਉਸ ਪਾਸੇ ਚੱਲ ਰਹੇ ਆ ਜੋ ਤੁਹਾਨੂੰ ਤੁਹਾਡੇ ਗੁਰੂ ਸਾਹਿਬਾਨ ਕੰਮ ਛੱਡ ਗਏ, ਤੁਹਾਡੀ ਜ਼ਿੰਮੇਵਾਰੀ ਦੇ ਗਏ ਆ। ਇਹ ਕਹਿਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਇਸ ਗੱਲ ਦੀ ਮੈਂ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਿੱਜੀ ਤੌਰ ਤੇ ਦਾਤ ਦਿੰਦਾ, ਪਰ ਇਹ ਕਾਫੀ ਨਹੀਂ। ਪ੍ਰੋਬਲਮ ਨੂੰ ਡਾਇਗਨੋਜ਼ ਕਰ ਲੈਣਾ, ਸਮਝ ਲੈਣਾ ਕਿ ਆਹ ਸਾਡੀ ਕਮਜ਼ੋਰੀ ਆ, ਇੱਥੇ ਨੁਕਸ ਆ, ਉਹ ਤੇ ਇੱਕ ਪਾਰਟ ਆ, ਉਹ ਬਹੁਤ ਜ਼ਰੂਰੀ ਹੈ, ਪਰ ਦਵਾਈ ਵੀ ਤੇ ਦੇਣੀ ਹੈ, ਉਸ ਬਿਮਾਰੀ ਦਾ ਇਲਾਜ ਵੀ ਤੇ ਕੱਢਣਾ। ਉਹਦੇ ਲਈ ਕੀ ਕਰ ਰਹੇ ਆ, ਉਹਦੇ ਬਾਰੇ ਵੀ ਅਗਲੇ ਸਟੇਟਮੈਂਟ ਦੇ ਵਿੱਚ, ਅਗਲੇ ਕਿਸੇ ਬਿਆਨ 'ਚ ਜ਼ਰੂਰ ਸਿੱਖ ਸੰਗਤਾਂ ਨੂੰ ਦੱਸੋ। ਜਿਨ੍ਹਾਂ ਨੂੰ ਦੱਸਿਆ ਉਹ ਤਾਂ ਹਰ ਰੋਜ਼ ਅਰਦਾਸਾਂ ਵਿੱਚ ਸ਼ਾਮਲ ਹੁੰਦੇ ਨੇ, ਜਿੱਥੇ ਕਹਿ ਦਿੱਤਾ ਜਾਂਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਹੋਰ ਵੀ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ। ਪਰ ਮੁੜ ਕੇ ਉਹ ਪੱਲਾ ਜਿਹਾ ਝਾੜ ਕੇ ਨਾ ਅਰਦਾਸ ਜਦੋਂ ਮੁੱਕ ਜਾਂਦੀ ਹੈ, ਬਾਹਰ ਆ ਜਾਂਦੇ ਨੇ, ਫਿਰ ਗੋਲਕ ਨੂੰ ਕੁਤਰਨ ਲੱਗ ਜਾਂਦੇ ਨੇ, ਫਿਰ ਧਰਮ ਨੂੰ ਜਿਹੜਾ ਢਾਹ ਲਾਉਣ ਲੱਗ ਜਾਂਦੇ ਨੇ। ਉਹ ਸਾਰਾ ਕੁਝ ਕਰਦੇ ਨੇ। ਜੇ ਕਿਤੇ ਅਰਦਾਸ ਹੀ ਸੁਣ ਲੈਣ ਘੱਟੋ ਘੱਟ, ਤੇ ਪੰਥਕ ਆਪਣੇ ਆਪ ਹੋ ਜਾਣਗੇ, ਤੇ ਤੁਹਾਨੂੰ ਫਿਰ ਕਿਸੇ ਨੂੰ ਕਹਿਣਾ ਨਹੀਂ ਪਏਗਾ ਕਿ ਗੋਲਕਾਂ ਨੂੰ ਨਾ ਕੁਤਰੋ। ਪਰ ਸਭ ਤੋਂ ਵੱਧ ਗੋਲਕਾਂ ਨੂੰ ਕੁਤਰਨ ਵਾਲੇ ਗੋਲਕਾਂ ਦੇ ਆਲੇ ਦੁਆਲੇ ਬੈਠੇ ਹੁੰਦੇ ਨੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਸੁਖਵਿੰਦਰ ਜੀ, ਤੁਹਾਡੇ ਸਾਰੀ ਟੀਮ ਜਿਹੜੀ ਮਿਹਨਤ ਕਰਦੀ ਹੈ, ਤੇ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਰੋਜ਼ ਸਾਨੂੰ ਬਰਦਾਸ਼ਤ ਕਰਦੇ। ਧੰਨਵਾਦ।